प्रेज द लॉर्ड जी। सारे जैम सिक्की खुदा का शुक्र करते हैं ਉਹਦੀ ਦਇਆ ਉਹਦੀ ਮੁਹੱਬਤ ਦੇ ਵਾਸਤੇ। ਔਰ ਥੋੜਾ ਲੇਟ ਹੋ ਗਿਆ ਅੱਜ 5 ਮਿੰਟ, ਮਾਫੀ ਚਾਹੁੰਦਾ। ਜੈਸਾ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤਕਰੀਬਨ ਹਰ ਰੋਜ਼ ਇਸ ਵੇਲੇ ਪ੍ਰਭੂ ਦੇ ਵਚਨ ਦੇ ਵਿੱਚੋਂ ਪ੍ਰਭੂ ਦੀ ਦਇਆ ਦੇ ਨਾਲ ਸਿੱਖਦੇ ਹਾਂ। ਔਰ ਅੱਜ ਵੀ ਪ੍ਰਭੂ ਨੇ ਅੱਛਾ ਮੌਕਾ ਦਿੱਤਾ ਕਿ ਅਸੀਂ ਇਸ ਮਾਧਿਅਮ ਤੋਂ ਇੱਕ ਦੂਸਰੇ ਦੇ ਰੂਬਰੂ ਹੋਈਏ ਔਰ ਖੁਦਾ ਦੇ ਪਵਿੱਤਰ ਕਲਾਮ ਦੇ ਵਿੱਚੋਂ ਸਿੱਖ ਸਕੀਏ। ਸੋ ਅੱਜ ਅਸੀਂ ਸਿੱਖਾਂਗੇ ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਦੇ ਬਾਰੇ 'ਚ, ਕਿਉਂਕਿ ਇਹ ਜ਼ਰੂਰੀ ਆ ਕਿ ਲੋਕਾਂ ਨੂੰ ਇਸ ਚੀਜ਼ ਦਾ ਗਿਆਨ ਹੋਵੇ, ਤਾਂ ਕਿ ਜਦੋਂ ਕੁਝ ਅਗਿਆਨੀ ਲੋਕ ਪ੍ਰਭੂ ਯਿਸੂ ਮਸੀਹ ਦੇ ਉੱਤੇ ਕੁਝ ਗਲਤ ਫਲਤ ਟਿੱਪਣੀਆਂ ਕਰਦੇ ਆ, ਤੇ ਉਦੋਂ ਬਹੁਤਿਆਂ ਦੇ ਕੋਲ ਵਚਨ ਦਾ ਗਿਆਨ ਨਾ ਹੋਣ ਦਾ ਕਰਕੇ ਕਈ ਵਾਰੀ ਉਹਨਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਉਸ ਤਰੀਕੇ ਦੇ ਨਾਲ ਦੂਸਰਿਆਂ ਨੂੰ ਨਹੀਂ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਦੇਣਾ ਚਾਹੀਦਾ ਹੈ। ਔਰ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਮਸੀਹ ਦੇ ਧਰਤੀ ਉੱਤੇ ਆਉਣ ਦੀ ਸਭ ਤੋਂ ਪਹਿਲੀ ਜਿਹੜੀ ਭਵਿੱਖਬਾਣੀ ਆ ਉਹ ਖੁਦਾ ਨੇ ਆਪ ਹੀ ਕੀਤੀ ਹੈ। ਸੋ ਅੱਜ ਅਸੀਂ ਸਿੱਖਾਂਗੇ ਪ੍ਰਭੂ ਯਿਸੂ ਮਸੀਹ ਦਾ ਇਸ ਧਰਤੀ ਦੇ ਉੱਤੇ ਆਉਣਾ। ਔਰ ਇੱਕੋ ਇੱਕ ਸ਼ਖਸੀਅਤ ਦੁਨੀਆ ਦੇ ਵਿੱਚ ਗੁਰੂ, ਪੀਰ, ਪੈਗੰਬਰ, ਮਹਾਤਮਾ ਬੜੇ ਹੋ ਸਕਦੇ ਆ, ਪਰ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ ਇੱਕੋ ਇੱਕ ਐਸੀ ਸ਼ਖਸੀਅਤ ਆ ਜਿਹਦਾ ਆਉਣਾ ਅਚਾਨਕ ਨਹੀਂ ਹੈ। ਜਿੰਨੇ ਵੀ ਧਰਤੀ ਉੱਤੇ ਹੈ, ਕਿਸੇ ਦਾ ਵੀ ਜਿਹੜਾ ਹੈਗਾ ਸਿਸਟਮ ਅਸੀਂ ਦੇਖਦੇ ਹਾਂ ਬਾਈਬਲ ਦੇ ਵਿੱਚ ਅਸੀਂ ਹੌਲੀ ਹੌਲੀ ਪੜ੍ਹਾਂਗੇ ਕਿ ਜਿੰਨੇ ਵੀ ਧਰਤੀ ਉੱਤੇ ਆਏ ਆ, ਇਹਨਾਂ ਦਾ ਕੋਈ ਪਹਿਲਾਂ ਕੋਈ ਨਿਰਧਾਰਿਤ ਨਹੀਂ ਸੀ ਕੋਈ ਆਉਣਗੇ ਜਾਂ ਕਿਵੇਂ ਨਹੀਂ। ਲੇਕਿਨ ਪ੍ਰਭੂ ਯਿਸੂ ਮਸੀਹ ਦੇ ਬਾਰੇ 'ਚ ਜਦ ਅਸੀਂ ਦੇਖਦੇ ਹਾਂ ਤੇ ਉਹਦੇ ਆਉਣ ਦੇ ਬਾਰੇ 'ਚ ਕੋਈ ਇੱਕ ਮਨੁੱਖ ਨਹੀਂ ਹੈ ਕਿ ਕੋਈ ਇੱਕ ਕਵੇ ਕਿ ਕੋਈ ਆਵੇਗਾ ਨਾ। ਅਸੀਂ ਦੇਖਾਂਗੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਕਿਵੇਂ ਸ਼ੁਰੂ ਤੋਂ ਦੱਸਿਆ ਗਿਆ ਕਿ ਧਰਤੀ ਉੱਤੇ ਮਸੀਹਾ ਆਵੇਗਾ, ਧਰਤੀ ਉੱਤੇ ਮਸੀਹਾ ਆਵੇਗਾ। ਸੋ ਉਸ ਮਸੀਹਾ ਦੇ ਆਉਣ ਦੇ ਬਾਰੇ ਸਭ ਤੋਂ ਪਹਿਲੀ ਜਿਹੜੀ ਭਵਿੱਖਬਾਣੀ ਹੈ ਬਾਈਬਲ ਦੇ ਵਿੱਚ, ਸਭ ਤੋਂ ਪਹਿਲੀ ਭਵਿੱਖਬਾਣੀ ਬਾਈਬਲ ਦੇ ਵਿੱਚ ਉਹ ਖੁਦਾ ਆਪ ਕਰਦਾ ਹੈ। ਯਿਸੂ ਮਸੀਹ ਦੇ ਧਰਤੀ ਉੱਤੇ ਆਉਣ ਦੀ ਸਭ ਤੋਂ ਪਹਿਲੀ ਭਵਿੱਖਬਾਣੀ ਖੁਦਾ ਸਰਵ ਸ਼ਕਤੀਮਾਨ ਪਰਮੇਸ਼ਵਰ ਆਪ ਕਰਦਾ ਹੈ। ਅਸੀਂ ਪੜ੍ਹਦੇ ਹਾਂ ਉਤਪਤੀ ਕਿਤਾਬ 3 ਅਧਿਆਇ ਦੀ 15 ਆਇਤ ਵਿੱਚ, ਮੈਂ ਤੇਰੇ और इस स्त्री के बीच में और तेरे वंश और स्त्री के वंश के बीच में बैर उत्पन्न करूंगा। सो ਅਸੀਂ ਦੇਖਦੇ ਹਾਂ ਇੱਥੇ ਕਿ ਯਿਸੂ ਮਸੀਹ ਦੇ ਆਉਣ ਦੀ ਭਵਿੱਖਬਾਣੀ ਸਰਵ ਸ਼ਕਤੀਮਾਨ ਪਰਮੇਸ਼ਵਰ ਆਪ ਕਰਦਾ ਹੈ। ਔਰ ਨਿਸ਼ਾਨੀ, ਸਭ ਤੋਂ ਖਾਸ ਗੱਲ ਕਿਹੜੀ ਹੈ? ਨਿਸ਼ਾਨੀ ਇਹ ਹੈ ਵੀ ਉਹ ਜਿਹੜਾ ਮਸੀਹਾ ਆਵੇਗਾ, ਉਹ ਜਿਹੜਾ ਇਸ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਵੇਗਾ, ਉਹ ਜਿਹੜਾ ਇਸ ਸੰਸਾਰ ਨੂੰ ਪਾਪ ਦੀ ਗੁਲਾਮੀ ਤੋਂ ਛੁਡਾਵੇਗਾ, ਉਹ ਪ੍ਰਭੂ ਯਿਸੂ ਮਸੀਹ ਜਿਹੜਾ ਆਵੇਗਾ। ਉਹਦੇ ਆਉਣ ਦੇ ਬਾਰੇ ਪਰਮੇਸ਼ਵਰ ਆਪ ਭਵਿੱਖਬਾਣੀ ਕਰਦਾ ਹੈ। ਕਿਸੇ ਇਨਸਾਨ ਨੇ ਕੋਈ ਭਵਿੱਖਬਾਣੀ ਕੀਤੀ ਹੋਵੇ ਤਾਂ ਝੂਠੀ ਹੋ ਸਕਦੀ ਹੈ, ਲੇਕਿਨ ਪਰਮੇਸ਼ਵਰ ਆਪ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਦੇ ਆ। ਔਰ ਕੀ ਦੱਸਦੇ ਆ? ਕਿ ਇੱਕ ਔਰਤ ਦੀ ਸੰਤਾਨ ਆਵੇਗੀ। ਸੋ ਪਿਛਲੇ ਕੁਝ ਦਿਨਾਂ ਵਿੱਚ ਇੱਕ ਵਾਰੀ ਇੱਕ ਸਾਡੇ ਸਿੱਖ ਵੀਰ ਦੇ ਨਾਲ ਇਸੇ ਤਰ੍ਹਾਂ ਗੱਲਬਾਤ ਚੱਲ ਰਹੀ ਸੀ, ਤਾਂ ਕਹਿੰਦਾ ਇਹ ਸਾਰੇ ਔਰਤ ਦੀ ਸੰਤਾਨ ਹੀ ਹੁੰਦੇ ਆ। ਸੋ ਉਹਨਾਂ ਨੂੰ ਬਰੀਕੀ ਦਾ ਨਹੀਂ ਸੀ ਪਤਾ ਵੀ ਔਰਤ ਦੀ ਸੰਤਾਨ ਤੇ ਮਰਦ ਦੀ ਸੰਤਾਨ ਦਾ ਫਰਕ ਕੀ ਹੁੰਦਾ। ਸੋ ਸੰਸਾਰ ਦੇ ਵਿੱਚ ਜਿੰਨੇ ਵੀ ਲੋਕ ਆ ਉਹ ਮਰਦ ਦੀ ਔਲਾਦ ਤੋਂ ਪਛਾਣੇ ਜਾਂਦੇ ਆ, ਲੇਕਿਨ ਪ੍ਰਭੂ ਯਿਸੂ ਮਸੀਹ ਦੇ ਬਾਰੇ 'ਚ ਪਹਿਲਾਂ ਇੱਕ ਵੱਖਰੀ ਨਿਸ਼ਾਨੀ ਦੱਸੀ ਗਈ ਸੀਗੀ। ਇੱਕ ਔਰਤ ਦੀ ਸੰਤਾਨ ਆਵੇਗੀ, ਇਸਤਰੀ ਦੀ ਸੰਤਾਨ ਆਵੇਗੀ। ਇਸਤਰੀ ਦੀ ਸੰਤਾਨ ਇਸ ਲਈ ਪ੍ਰਭੂ ਯਿਸੂ ਮਸੀਹ ਦੇ ਲਈ ਕਿਹਾ ਗਿਆ ਕਿ ਉਹ ਕਿਸੇ ਇਸਤਰੀ ਤੇ ਪੁਰਸ਼ ਦੀ ਇੱਛਾ ਤੋਂ ਪੈਦਾ ਨਹੀਂ ਹੋਵੇਗਾ, ਬਲਕਿ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਆਪਣੀ ਹੀ ਇੱਛਾ ਤੋਂ, ਜੋ ਉਹਨੇ ਮਨ ਦੇ ਵਿੱਚ ਠਾਣਿਆ ਹੈ
ਉਸੇ ਮੁਤਾਬਕ ਮਸੀਹ ਇਸ ਧਰਤੀ ਦੇ ਉੱਤੇ ਆਵੇਗਾ ਔਰ ਉਹਦੀ ਪਹਿਚਾਣ ਹੋਵੇਗੀ ਕਿ ਉਹ ਔਰਤ ਇਸਤਰੀ ਦੀ ਸੰਤਾਨ ਕਹਿਲਾਏਗਾ। ਸੋ ਇਸ ਭਵਿੱਖਬਾਣੀ ਨੂੰ ਅਸੀਂ ਮੱਤੀ ਦੀ ਅੰਜੀਲ 1 ਅਧਿਆਇ ਉਹਦੀ 20 ਆਇਤ ਤੇ ਗਲਾਤੀਓਂ 4 ਅਧਿਆਇ ਉਹਦੀ 4 ਸੰਤ ਪੌਲੁਸ ਦਾ ਲਿਖਿਆ ਹੋਇਆ ਗਲਾਤੀਓਂ ਦੇ ਨਾਮ ਖੱਤ ਉਹਦਾ 4 ਅਧਿਆਇ ਉਹਦੀ 4 ਆਇਤ ਵਿੱਚ ਔਰ ਮੱਤੀ ਦੀ ਅੰਜੀਲ 1 ਅਧਿਆਇ ਉਹਦੀ 20 ਆਇਤ ਦੇ ਵਿੱਚ ਉਹ ਭਵਿੱਖਬਾਣੀ ਜਿਹੜੀ ਪਰਮੇਸ਼ਵਰ ਨੇ ਆਪ ਬਾਗੇ ਅਦਨ ਦੇ ਵਿੱਚ ਆਦਮ ਤੇ ਹਵਾ ਨੂੰ ਬਾਗੇ ਅਦਨ ਚੋਂ ਕੱਢਣ ਤੋਂ ਪਹਿਲਾਂ ਪਰਮੇਸ਼ਵਰ ਨੇ ਜਿਹੜੀ ਭਵਿੱਖਬਾਣੀ ਆਪ ਕੀਤੀ, ਉਸ ਭਵਿੱਖਬਾਣੀ ਨੂੰ ਅਸੀਂ ਬਾਈਬਲ ਦੇ ਨਿਊ ਟੈਸਟਾਮੈਂਟ ਦੇ ਵਿੱਚ ਮੱਤੀ ਦੀ ਅੰਜੀਲ ਉਹਦਾ 1 ਅਧਿਆਇ ਉਹਦੀ 20 ਆਇਤ, ਗਲਾਤੀਓਂ ਦਾ ਖੱਤ ਸੰਤ ਪੌਲੁਸ ਦਾ ਲਿਖਿਆ ਗਲਾਤੀਓਂ ਦੇ ਨਾਮ ਖੱਤ 4 ਅਧਿਆਇ ਤੇ ਉਹਦੀ 4 ਆਇਤ ਦੇ ਵਿੱਚ ਪੂਰਾ ਹੁੰਦਿਆਂ ਵੇਖਦੇ ਹਾਂ। ਔਰ ਇਹਨਾਂ ਚੀਜ਼ਾਂ ਨੂੰ ਅਸੀਂ ਬੜੀ ਬਰੀਕੀ ਦੇ ਨਾਲ ਤੇ ਬੜੇ ਤੋੜ ਕੇ ਹਰ ਚੀਜ਼ ਨੂੰ ਆਪਾਂ ਸਿੱਖਾਂਗੇ। ਕੁਝ ਲੋਕ ਕਹਿੰਦੇ ਆ ਕਿ ਬਾਈਬਲ ਬਾਅਦ ਵਿੱਚ ਲਿਖੀ ਗਈ ਹੈ। ਕੁਝ ਸੰਸਾਰ ਦੇ ਲੋਕ ਜਿਹੜੇ ਗਲਤ ਟਿੱਪਣੀਆਂ ਕਰਦੇ ਆ ਜਾਂ ਜਿਨ੍ਹਾਂ ਨੇ ਪਰਮੇਸ਼ਵਰ ਦੀ ਯੋਜਨਾ ਨੂੰ ਸਮਝਣਾ ਨਹੀਂ ਹੈ ਜਾਂ ਜਿਨ੍ਹਾਂ ਨੇ ਠਾਣ ਹੀ ਲਿਆ ਹੈ ਕਿ ਜੋ ਮਰਜ਼ੀ ਕਹੀ ਜਾਏ ਅਸੀਂ ਮੰਨਣਾ ਹੀ ਨਹੀਂ ਹੈ। ਸੋ ਐਸੇ ਕੁਝ ਲੋਕ ਹੈ ਜਿਹੜੇ ਫਿਰ ਇਦਾਂ ਦੀ ਦਲੀਲ ਵੀ ਦਿੰਦੇ ਆ ਕਿ ਇਹ ਕਿਹੜਾ ਪਹਿਲਾਂ ਤੋਂ ਲਿਖੀ ਗਈ ਆ, ਇਹ ਚੇਲਿਆਂ ਨੇ ਬਾਅਦ ਵਿੱਚ ਲਿਖੀ ਆ, ਉਹਨਾਂ ਨੇ ਵਿੱਚ ਬਾਅਦ ਵਿੱਚ ਕੁਝ ਐਡੀਸ਼ਨ ਕਰ ਦਿੱਤਾ ਆ, ਕੁਝ ਵੱਧ ਲਿਖ ਦਿੱਤਾ ਆ, ਕੁਝ ਇਹ ਕਰ ਦਿੱਤਾ, ਕੁਝ ਉਹ ਇਦਾਂ ਦੀਆਂ ਬੜੀਆਂ ਗੱਲਾਂ ਬਾਤਾਂ ਤੁਸੀਂ ਸੰਸਾਰ ਦੇ ਵਿੱਚ ਸੁਣਨ ਨੂੰ ਦੇਖਦੇ ਹੋ ਤੇ ਉਹਦਾ ਅਸੀਂ ਅੱਜ ਦੇਖਾਂਗੇ। ਮੈਂ ਇੱਥੇ ਦੱਸਣਾ ਚਾਹਾਂਗਾ ਜਿਵੇਂ ਲੋਕ ਕਹਿੰਦੇ ਨਾ ਕਿ ਇਹ ਬਾਅਦ ਵਿੱਚ ਲਿਖੀ ਗਈ ਤੇ ਹੋ ਸਕਦਾ ਉਹਨਾਂ ਦੇ ਮੰਨਣਾ ਇਹ ਹੈ ਵੀ ਹੋ ਸਕਦਾ ਇਹ ਵਿੱਚ ਕੁਛ ਨਾ ਕੁਛ ਐਡ ਊਡ ਕਰ ਦਿੱਤਾ ਹੋਵੇ। ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਬੇਸ਼ੱਕ ਬਾਈਬਲ ਬਾਅਦ 'ਚ ਲਿਖੀ ਗਈ 100 AD ਤੋਂ ਲੈ ਕੇ 100 BC ਤੋਂ ਲੈ ਕੇ ਤੇ 1500 AD ਦੇ ਦਰਮਿਆਨ ਜਿਹੜੀ ਆ ਇਹ ਬਾਈਬਲ 1600 ਸਾਲ ਲੱਗੇ ਇਹਨੂੰ ਲਿਖਣ ਦੇ ਵਿੱਚ, ਜਦੋਂ ਕੰਪਲੀਟ ਜਿਹੜੀ ਅੱਜ ਬਾਈਬਲ ਸਾਡੇ ਹੱਥ ਦੇ ਵਿੱਚ ਹੈ। ਕੋਈ ਦੋ ਰਾਏ ਨਹੀਂ ਕਿ ਬਾਅਦ ਵਿੱਚ ਲਿਖੀ ਗਈ ਹੈ, ਲੇਕਿਨ ਜਿਹੜੇ ਲੋਕ ਸਿਰਫ ਇਸ ਗੱਲ ਨੂੰ ਕਹਿ ਕੇ ਬਾਈਬਲ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਾਈਬਲ ਬਾਅਦ ਵਿੱਚ ਲਿਖੀ ਗਈ ਹੈ, ਉਹਨਾਂ ਨੂੰ ਆਪਾਂ ਅੱਜ ਦੱਸਾਂਗੇ ਵਚਨ ਦੇ ਜ਼ਰੀਏ। ਔਰ ਅੱਗਿਓਂ ਤੁਹਾਡਾ ਵੀ ਕਿਸੇ ਨਾਲ ਕਦੀ ਕੋਈ ਗੱਲਬਾਤ ਹੋਵੇ ਤੇ ਤੁਸੀਂ ਵੀ ਵਚਨ ਦੀਆਂ ਦਲੀਲਾਂ ਦੇ ਕੇ, ਆਪਣੀ ਅਕਲ ਦੇ ਨਾਲ ਨਹੀਂ। ਅੱਜ ਬਹੁਤ ਸਾਰੀ ਜਿਹੜੀ ਜਦੋਂ ਕੋਈ ਡਿਬੇਟ ਹੁੰਦੀ ਆ, ਕਿਸੇ ਨਾਲ ਕੋਈ ਵਿਚਾਰ ਚਰਚਾ ਹੁੰਦੀ ਆ, ਉੱਥੇ ਬਹੁਤ ਸਾਰਾ ਜਿਹੜਾ ਸਿਸਟਮ ਉਦੋਂ ਵਿਗੜ ਜਾਂਦਾ ਆ ਜਦੋਂ ਲੋਕ ਆਪਣੀ ਅਕਲ ਆਪਣੀ ਸਮਝ ਦੇ ਨਾਲ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ। ਪਰ ਜਦੋਂ ਤੁਸੀਂ ਪਾਕ ਰੂਹ ਦੀ ਪ੍ਰੇਰਨਾ ਦੇ ਨਾਲ ਪਾਕ ਰੂਹ ਦੇ ਦੁਆਰਾ ਲਿਖਾਏ ਗਏ ਵਚਨ ਦੇ ਨਾਲ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ, ਧਰਤੀ ਉੱਤੇ ਕੋਈ ਮਨੁੱਖ ਪੈਦਾ ਨਹੀਂ ਹੋਇਆ ਜਿਹੜਾ ਤੁਹਾਡਾ ਸਾਹਮਣਾ ਕਰ ਸਕੇ। ਪਰ ਜੇ ਤੁਸੀਂ ਆਪਣੀ ਅਕਲ ਦੇ ਨਾਲ ਬੋਲੋਗੇ ਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਅਗਲੇ ਅੜਿੱਕੇ ਦੇ ਵਿੱਚ ਲੈ ਲੈਣਗੇ। ਸੋ ਇਸ ਲਈ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਆਉਣ ਬਾਰੇ ਸਿਰਫ ਬਾਈਬਲ ਨਹੀਂ, ਜੇ ਕੋਈ ਇਹ ਕਹੇ ਬਾਈਬਲ ਬਾਅਦ 'ਚ ਲਿਖੀ ਗਈ ਹੈ ਤੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਬਾਰੇ ਦੇ ਵਿੱਚ ਸਿਰਫ ਬਾਈਬਲ ਨਹੀਂ। ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਗੱਲ ਬਾਈਬਲ ਦਾ ਜ਼ਿਕਰ ਹੁੰਦਾ, ਜਿਹੜੀ ਸਾਡੇ ਕੋਲ 66 ਕਿਤਾਬਾਂ ਦੀ ਜਿਹੜੀ ਬਾਈਬਲ ਸਾਡੇ ਕੋਲ ਹੈ, ਜਦੋਂ ਇਹਦਾ ਕੋਈ ਜ਼ਿਕਰ ਹੁੰਦਾ ਤੇ ਕਹਿੰਦੇ ਬਾਅਦ ਵਿੱਚ ਲਿਖੀ ਗਈ ਹੈ। ਸੋ ਉਹਨਾਂ ਨੂੰ ਕਮਲਿਆਂ ਨੂੰ ਇਹ ਨਹੀਂ ਪਤਾ ਕਿ ਇਹਦੇ ਅਸਲੀ ਜਿਹੜੇ ਲੇਖ ਆ ਨਾ ਉਹ ਵੀ ਅੱਜ ਤੱਕ ਸਾਂਭੇ ਹੋਏ ਆ, ਉਹ ਵੀ ਇਸ ਧਰਤੀ ਦੇ ਉੱਤੇ ਮੌਜੂਦ ਆ। ਸੋ ਬਾਅਦ ਦਾ ਜਾਂ ਪਹਿਲਾਂ ਦਾ ਕੋਈ ਮਤਲਬ ਨਹੀਂ, ਰੀਅਲ ਲਿਖਤ ਜਿਹੜੀ ਆ ਉਹ ਵੀ ਅੱਜ ਦੀ ਡੇਟ ਦੇ ਵਿੱਚ ਪਰਮੇਸ਼ਵਰ ਦੇ ਫਜ਼ਲ ਦੇ ਨਾਲ ਮੌਜੂਦ ਹੈ, ਅਸਲੀ। ਸੋ ਅਗਰ ਕੋਈ ਇਦਾਂ ਦਾ ਵੀ ਕੋਈ ਹੋਵੇ ਵਿਵਾਦੀ ਤੇ ਉਹਦਾ ਵੀ ਮੂੰਹ ਬੰਦ ਕਰਨ ਦੇ ਲਈ ਬੜਾ ਕੁਝ ਅੱਜ ਵੀ ਮੌਜੂਦ ਹੈ। ਲੇਕਿਨ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਦੇ ਆਉਣ ਦੇ ਬਾਰੇ 'ਚ, ਉਹ ਮਸੀਹਾ ਜਿਹਨੇ ਲੋਕਾਂ ਨੂੰ ਪਾਪ ਤੋਂ ਛੁਡਾਉਣਾ ਸੀ, ਉਹਦੇ ਆਉਣ ਦੇ ਬਾਰੇ 'ਚ ਸਿਰਫ ਇਕੱਲੀ ਬਾਈਬਲ ਨਹੀਂ ਬਲਕਿ ਯਹੂਦੀ ਜਿਹੜੇ ਆ ਉਹ ਸਾਡੇ ਕੋਲ ਜਿਹੜੀ ਬਾਈਬਲ ਆ, ਇਹ ਵੀ ਯਾਦ ਰੱਖਣਾ, ਯਹੂਦੀ ਜਿਹੜੇ ਸਾਡੇ ਕੋਲ ਬਾਈਬਲ ਆ ਨਾ, ਜਿਹੜੀ ਸਾਡੇ ਕੋਲ ਲਿਖਤ ਆ, ਇਹਨੂੰ ਨਹੀਂ ਮੰਨਦੇ, ਇਹਨੂੰ ਨਹੀਂ ਪੜ੍ਹਦੇ। ਔਰ ਯਹੂਦੀਆਂ ਦੇ ਕੋਲ ਜਿਹੜੀਆਂ ਬੁੱਕਸ ਹੈਗੀਆਂ ਉਹ ਤੇ ਜਿਹੜੀਆਂ ਇਹਦੇ ਵਿੱਚ ਸਾਡੇ ਕੋਲ ਬਾਈਬਲ ਦੇ ਵਿੱਚ ਓਲਡ ਟੈਸਟਮੈਂਟ ਦੀਆਂ ਬੁੱਕਸ ਹੈਗੀਆਂ, ਇਹਦਾ ਵੀ ਧਿਆਨ ਰੱਖਣਾ। ਸਾਡੇ ਕੋਲ ਪਰਮੇਸ਼ਵਰ ਨੇ ਆਪਣੇ ਆਤਮਾ ਦੀ ਪ੍ਰੇਰਨਾ ਦੇ ਨਾਲ ਉਹ ਕੁਛ ਜਿਹੜਾ ਸਾਡੀ ਨਜ਼ਾਤ ਦੇ ਨਾਲ ਸੰਬੰਧ ਰੱਖਦਾ ਨਾ, ਉਹ ਕੁਛ ਲਿਖਾਇਆ। ਇਹ ਤੋਂ ਜ਼ਿਆਦਾ ਕੁਛ ਲਿਖਤਾਂ ਯਹੂਦੀਆਂ ਦੇ ਕੋਲ ਹੈਗੀਆਂ। ਸੋ ਇਹ ਯਾਦ ਰੱਖਣਾ ਪਹਿਲਾਂ। ਤੇ ਦੂਸਰੀ, ਯਹੂਦੀ
ਬਾਈਬਲ ਨੂੰ ਛੱਡੀਏ, ਯਹੂਦੀਆਂ ਦੀਆਂ ਸਾਰੀਆਂ ਧਾਰਮਿਕ ਕਿਤਾਬਾਂ, ਯਹੂਦੀ ਗ੍ਰੰਥ ਇਹ ਮੰਨਦੇ ਆ ਕਿ ਮਸੀਹ ਆਵੇਗਾ। ਯਾਨੀ ਕਿ ਮਸੀਹ ਦੇ ਆਉਣ ਦੀ ਜੇ ਕੋਈ ਕਵੇ ਨਾ ਕਿ ਤੁਹਾਡੀ ਬਾਈਬਲ ਦੇ ਬਾਅਦ 'ਚ ਲਿਖੀ ਗਈ ਹੈ ਸਰ, ਕਿ ਹੋ ਸਕਦਾ ਉਹ 'ਚ ਕੋਈ ਐਡ ਊਡ ਕਰ ਦਿੱਤਾ ਗਿਆ ਹੋਵੇ, ਤੇ ਇਹ ਯਾਦ ਰੱਖਣ ਵਾਲੀ ਗੱਲ ਆ ਕਿ ਬਾਈਬਲ ਤੋਂ ਇਲਾਵਾ ਯਹੂਦੀ ਗ੍ਰੰਥ ਯਿਸੂ ਮਸੀਹ ਦੇ ਉੱਤੇ ਮੋਹਰ ਲਾਉਂਦੇ ਆ। ਪਹਿਲੀ ਗੱਲ, ਚਲੋ ਕੋਈ ਕਹਿ ਦੂਗਾ ਚਲੋ ਯਹੂਦੀ ਕਿਹੜਾ ਤੁਹਾਡੇ ਤੋਂ ਵੱਖਰੇ ਆ ਜਾਂ ਯਹੂਦੀ ਕਿਹੜਾ ਤੁਹਾਡੇ ਤੋਂ ਅਲੱਗ ਹੈ, ਫਿਰ ਉਹ ਦੂਸਰੇ ਪਾਸੇ ਆ ਜਾਂਦੇ ਆ। ਕੁਰਾਨ, ਮੁਸਲਮਾਨਾਂ ਦਾ ਕੁਰਾਨ, ਉਹਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਤੇ ਮਾਤਾ ਮਰੀਮ ਦੇ ਬਾਰੇ 'ਚ ਬਹੁਤ ਕੁਛ ਲਿਖਿਆ ਹੋਇਆ। ਉਹ ਵੀ ਇਹ ਸਿੱਧ ਕਰਦਾ ਆ ਕਿ ਮਸੀਹ ਇਸ ਧਰਤੀ ਦੇ ਉੱਤੇ ਆਵੇਗਾ। ਇਹ ਪਰਮੇਸ਼ਵਰ ਦੀ ਸਭ ਤੋਂ ਵੱਡੀ ਯੋਜਨਾ ਦਾ ਹਿੱਸਾ ਹੈ। ਸੋ ਇਹ ਦੋ ਚੀਜ਼ਾਂ ਜਿਹੜੀਆਂ ਇਹ ਯਾਦ ਹਮੇਸ਼ਾ ਰੱਖਣਾ ਜਦੋਂ ਅਸੀਂ ਗੱਲ ਕਰਨੀ ਮਸੀਹ ਦੇ ਉੱਤੇ ਟਿੱਪਣੀ ਕਰਨ ਵਾਲਿਆਂ ਦੇ ਨਾਲ, ਤੇ ਸਾਨੂੰ ਇਸ ਚੀਜ਼ ਦਾ ਬਖੂਬੀ ਪਤਾ ਹੋਣਾ ਚਾਹੀਦਾ। ਵੇਖਦੇ ਆ ਕਿ ਮੱਤੀ ਦੀ ਅੰਜੀਲ ਤੇ ਗਲਾਤੀਆਂ ਦੀ ਕਿਤਾਬ ਵਿੱਚ ਮਸੀਹ ਬਾਰੇ ਕੀ ਲਿਖਿਆ ਜਾਂ ਕੀ ਦੱਸਦੀਆਂ ਇਹ ਜਿਹੜੀ ਆ ਅੰਜੀਲ ਦੇ ਵਿੱਚ ਜੋ ਲਿਖਿਆ ਆ। 1:20 ਦੇ ਵਿੱਚ ਲਿਖਿਆ, ਮੱਤੀ 1:20 ਦੇ ਵਿੱਚ, जब वह इन बातों के सोच ही में था, जब वह इन बातों की सोच में ही था तो प्रभु का स्वर्गदूत उसे स्वप्न में दिखाई दिया कि यूसुफ नू, जिहदी कुड़माई मरियम दे नाल होई पई सी, दिखाई देकर कहने लगा, हे यूसुफ दाऊद की संतान, तू अपनी पत्नी मरियम को अपने यहाँ ले आने से मत डर, क्योंकि जो उसके गर्भ में है वह पवित्र आत्मा की ओर से है। पवित्र आत्मा की ओर से दा मतलब वो परमेश्वर वलों आ। परमेश्वर की है, वचन च लिखिया परमेश्वर आत्मा है। और वो जिहड़ा मरियम दी कुख दे विच है ना, वो मरियम दा जे तू सोचे कि शायद ਉਹ ਕਿਸੇ ਗਲਤ ਰਾਹ ਤੇ ਪੈ ਗਈ ਹੋਵੇ, ਇਹੋ ਜੀ ਕੋਈ ਗੱਲ ਨਹੀਂ, ਬਲਕਿ ਮਰੀਮ ਦੀ ਕੁੱਖ ਦੇ ਵਿੱਚ ਜਿਹੜਾ ਬੱਚਾ ਹੈ ਨਾ, ਉਹ ਪਰਮੇਸ਼ਰ ਵੱਲੋਂ ਆ, ਪਵਿੱਤਰ ਆਤਮਾ ਵੱਲੋਂ ਆ, ਉਹ ਪਵਿੱਤਰ ਆ, ਬੱਚਾ ਵੀ ਪਵਿੱਤਰ ਆ ਤੇ ਜਿਹਦੀ ਕੁੱਖ ਦੇ ਵਿੱਚ ਆ ਉਹ ਵੀ ਪਵਿੱਤਰ ਆ। ਇਸ ਕਰਕੇ ਤੂੰ ਉਹਨੂੰ ਆਪਣੇ ਕੋਲ ਲਿਆਉਣ ਤੋਂ ਕੋਈ ਵੀ ਇਦਾਂ ਦਾ ਆਪਣੇ ਮਨ ਦੇ ਵਿੱਚ ਕੋਈ ਬੁਰਾ ਖਿਆਲ ਨਾ ਲਿਆ। ਸੋ ਯੂਸਫ ਵੀ ਧਰਮੀ ਹੈ ਤੇ ਮਰੀਮ ਵੀ ਧਰਮੀ ਹੈ। ਤੇ ਹੁਣ ਧਰਮੀ ਮਨੁੱਖ ਦੇ ਨਾਲ ਜਦੋਂ ਫਰਿਸ਼ਤੇ ਨੇ ਗੱਲ ਕੀਤੀ ਹੈ ਤੇ ਧਰਮੀ ਮਨੁੱਖ ਨੇ ਇਸ ਚੀਜ਼ ਨੂੰ ਮੰਨਿਆ ਕਿ ਪਰਮੇਸ਼ਵਰ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ। ਪਰਮੇਸ਼ਵਰ ਦੇ ਲਈ ਕੋਈ ਵੀ ਕੰਮ ਨਾਮੁਮਕਿਨ ਹੈ ਨਹੀਂ। ਪਰਮੇਸ਼ਵਰ ਦੀ ਡਿਕਸ਼ਨਰੀ ਦੇ ਵਿੱਚ ਇਹ ਲਫ਼ਜ਼ ਹੀ ਨਹੀਂ। ਸੋ ਜਦੋਂ ਯੂਸਫ ਨੂੰ ਫਰਿਸ਼ਤੇ ਨੇ ਦਰਸ਼ਨ ਦੇ ਕੇ ਇਹ ਗੱਲ ਦੱਸ ਦਿੱਤੀ ਹੈ ਤੇ ਯੂਸਫ ਨੇ ਫਿਰ ਉਸ ਗੱਲ ਨੂੰ ਮੰਨ ਲਿਆ ਹੈ। ਇਹ ਉਹ ਭਵਿੱਖਬਾਣੀ ਪੂਰੀ ਹੋਈ ਜਿਹੜੀ ਬਾਗੇ ਅਦਨ ਦੇ ਵਿੱਚ ਪਰਮੇਸ਼ਵਰ ਨੇ ਆਪ ਕੀਤੀ। ਕਿਸੇ ਰਸੂਲ, ਕਿਸੇ ਨਬੀ, ਕਿਸੇ ਪੈਗੰਬਰ ਦੁਆਰਾ ਨਹੀਂ। ਬਾਗੇ ਅਦਨ ਦੀ ਭਵਿੱਖਬਾਣੀ ਕਿਹਨੇ ਕੀਤੀ ਸੀ ਭਲਾ? ਖੁਦ ਪਰਮੇਸ਼ਵਰ ਨੇ ਆਪ ਕੀਤੀ ਸੀ। ਔਰ ਹੁਣ ਉਸ ਭਵਿੱਖਬਾਣੀ ਨੂੰ ਕਿੰਨੇ ਸਮੇਂ ਬਾਅਦ ਜਾ ਕੇ ਅਸੀਂ ਪੂਰਾ ਹੁੰਦਿਆਂ ਦੇਖਦੇ ਹਾਂ। ਅਗਰ ਅਸੀਂ ਆਦਮ ਦੀ ਉਮਰ ਦਾ ਵੇਰਵਾ ਕੱਢ ਦਈਏ ਕਿ ਉਹ ਮੂਸਾ ਤੋਂ ਕਿੰਨੇ ਸਾਲ ਪਹਿਲਾਂ ਸੀ, ਤੇ ਸਿੱਧਾ ਸਿੱਧਾ ਅਸੀਂ ਮੰਨੀਏ ਕਿ ਜਿਹੜਾ ਮੂਸਾ ਦੇ ਸਿਸਟਮ ਨੂੰ ਅਸੀਂ ਦੇਖਦੇ ਨਾ, ਮੂਸਾ ਲਗਭਗ ਪ੍ਰਭੂ ਯਿਸੂ ਮਸੀਹ ਤੋਂ 1400 ਕੁਛ ਸਾਲ ਪਹਿਲਾਂ ਇਸ ਧਰਤੀ ਉੱਤੇ ਆਉਂਦਾ। ਸੋ ਜਦੋਂ ਇਹ ਲਿਖੀ ਜਾਂਦੀ ਹੈ ਨਾ ਮੂਸਾ ਦੇ ਦੁਆਰਾ ਇਹ ਕਿਤਾਬ, ਤੇ ਮੂਸਾ ਦਾ ਆਉਣਾ ਜਿਹੜਾ ਆ ਉਹ ਯਿਸੂ ਮਸੀਹ ਦੇ ਆਉਣ ਤੋਂ ਬਹੁਤ ਸਾਲ ਪਹਿਲਾਂ ਅਸੀਂ ਦੇਖਦੇ ਹਾਂ। ਸੋ ਉਸ ਲਿਹਾਜ਼ ਦੇ ਨਾਲ ਜਦੋਂ ਅਸੀਂ ਸਾਰਾ ਇਹ ਵੇਰਵਾ ਕੱਢਦੇ ਹਾਂ ਤੇ ਫਿਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਉਹਦੇ ਵਿੱਚ ਕੀ ਦੇਖਦੇ ਹਾਂ ਕਿ ਇੱਕ ਭਵਿੱਖਬਾਣੀ ਜਿਹੜੀ ਆ ਪਰਮੇਸ਼ਵਰ ਆਪ ਕਰਦਾ ਹੈ। ਉਸ ਭਵਿੱਖਬਾਣੀ ਨੂੰ ਅਸੀਂ ਮੱਤੀ ਦੀ ਅੰਜੀਲ ਦੇ ਵਿੱਚ ਪੂਰਾ ਹੁੰਦਿਆਂ ਹੋਇਆਂ ਦੇਖਦੇ ਹਾਂ। ਲਗਭਗ 3400-3500 ਸਾਲ ਜਿਹੜੇ ਅੱਜ ਹੋ ਗਏ ਆ, ਤੇ ਜਦੋਂ ਮੱਤੀ ਦੇ ਸਮੇਂ ਨੂੰ ਅਸੀਂ ਦੇਖਦੇ ਹਾਂ ਤੇ ਉਦੋਂ ਤੱਕ 1400-1500 ਸਾਲ ਹੋ ਚੁੱਕੇ ਆ। ਯਾਨੀ ਕਿ ਯਿਸੂ ਮਸੀਹ ਦੇ ਆਉਣ ਤੋਂ ਲਗਭਗ 1400-1500 ਸਾਲ ਪਹਿਲਾਂ ਮੂਸਾ ਲਿਖਦਾ ਹੈ। ਔਰ ਫਿਰ ਅੱਜ ਦਾ ਵੇਰਵਾ ਵੀ ਅਗਰ 2000 ਸਾਲ ਯਿਸੂ ਮਸੀਹ ਨੂੰ ਇਸ ਧਰਤੀ ਤੋਂ ਗਏ ਨੂੰ ਹੋ ਗਏ ਤੇ ਉਹਨੂੰ ਵੀ ਅਗਰ ਜੋੜ ਲਈਏ
ਤੇ ਫਿਰ ਅਸੀਂ ਇਹਨੂੰ ਹੋਰ ਜ਼ਿਆਦਾ ਦੇਖਦੇ ਹਾਂ। ਸੋ ਸਾਡੇ ਕੋਈ ਭਾਈ ਜੀ ਨੇ ਦਾਲ ਗਰਮ ਨਾ ਕੀਤੀ ਹੋਵੇ ਉਹਨਾਂ ਲਈ ਛੋਲੇ ਨਾ ਬਣਾਇਆ ਹੋਣ ਆਈਡੀਆ ਦੀ ਗੱਲ ਤੋਂ। ਸੋ ਖੁਦਾ ਤੁਹਾਨੂੰ ਬਰਕਤ ਦੇਵੇ ਭਾਈ ਜੀ। ਕੋਈ ਗੱਲ ਨਹੀਂ, ਅਸੀਂ ਤੁਹਾਡੇ ਕਮੈਂਟਾਂ ਨੂੰ ਪੜਾਂਗੇ ਤੇ ਫਿਰ ਬਾਅਦ ਚ ਕਰਾਂਗੇ, ਕਿਉਂਕਿ ਇਹ ਵੀ ਤੁਹਾਨੂੰ ਖੁਦਾ ਬਰਕਤ ਦੇਵੇ ਬੜੀ। ਸੋ ਅਸੀਂ ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਖੁਦਾ ਦੇ ਸਿਸਟਮ ਨੂੰ, ਕਿ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇਹ ਭਾਈ ਸਾਹਿਬ ਲਿਖ ਰਹੇ ਨੇ ਸਾਨੂੰ, ਪਾਸਟਰ ਜੀ ਕਿਆ ਕੋਈ ਪਾਸਟਰ ਕਿਸੇ ਵਲੰਟੀਅਰ ਨੂੰ ਕੁੱਟ ਮਾਰ ਸਕਦਾ ਹੈ? ਸੋ ਦੇਖੋ, ਅਸੀਂ ਖੁਦਾ ਦੇ ਵਚਨ ਨੂੰ ਸਿੱਖ ਰਹੇ ਹਾਂ, ਔਰ ਸਾਡੇ ਭਾਈ ਸਾਹਿਬ ਨੇ, ਮੈਂ ਇਹਨਾਂ ਨੂੰ ਕੁਝ ਵੀ ਐਸਾ ਬੁਰਾ ਭਲਾ ਨਹੀਂ ਕਹਿਣਾ ਚਾਹਾਂਗਾ, ਕਿਉਂਕਿ ਸਾਡੇ ਬ੍ਰਦਰ ਨੇ, ਸਾਡੇ ਮਸੀਹ ਦੇ ਵਿੱਚ ਇਹ ਵੀ ਭਰਾ ਨੇ। ਸੋ ਕੈਸੇ ਵਕਤ ਦੇ ਉੱਤੇ ਆਪਾਂ ਕਿਹੋ ਜਿਹੇ ਕਮੈਂਟ ਕਰ ਰਹੇ ਹਾਂ, ਸੋ ਇਸ ਤੋਂ ਮੈਂ ਸਮਝਾਂਗਾ ਕਿ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਕਿ ਅਸੀਂ ਵਚਨ ਦੇ ਵਿੱਚ ਮੌਜੂਦ ਹਾਂ, ਇਸ ਟਾਈਮ ਸਿੱਖ ਰਹੇ ਹਾਂ ਖੁਦਾ ਦੇ ਵਚਨ ਨੂੰ, ਤੇ ਆਪਾਂ ਉਸ ਸਮੇਂ ਦੇ ਉੱਤੇ ਕੈਸੀਆਂ ਗੱਲਾਂ ਨੂੰ ਲੈ ਕੇ ਬੈਠੇ ਹਾਂ। ਤੋ ਇਹ ਗੱਲਾਂ ਜਿਹੜੀਆਂ ਹੈਗੀਆਂ ਮੇਰੇ ਖਿਆਲ ਦੇ ਨਾਲ ਪਬਲਿਕਲੀ ਤੁਹਾਨੂੰ ਹੁਣ ਨਹੀਂ ਸੀ ਕਰਨੀਆਂ ਚਾਹੀਦੀਆਂ, ਤੇ ਮੈਂ ਚਾਹਾਂਗਾ ਕਿ ਖੁਦਾ ਤੁਹਾਨੂੰ ਬਰਕਤ ਦੇਵੇ। ਤੇ ਮੈਂ ਤੁਹਾਨੂੰ ਇਹਦੇ ਬਾਰੇ ਕੁਝ ਵੀ ਹੁਣ ਜਵਾਬ ਨਹੀਂ ਦੇਣਾ ਚਾਹਾਂਗਾ, ਔਰ ਖੁਦਾ ਤੁਹਾਨੂੰ ਬੜੀ ਬਰਕਤ ਦੇਵੇ। ਲੋਕ ਸਿੱਖ ਰਹੇ ਆ ਤੇ ਖੁਦਾ ਤੁਹਾਡੀ ਆਪ ਹੀ ਸਮਝ ਤੇ ਬੁੱਧ ਨੂੰ ਖੋਲੇ, ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਨੂੰ ਬਖੂਬੀ ਸਮਝ ਸਕੋ ਕਿ ਕੋਈ ਹਰ ਚੀਜ਼ ਦਾ ਇੱਕ ਵੇਲਾ ਹੁੰਦਾ। ਸੋ ਆਓ ਅਸੀਂ ਅੱਗੇ ਵੱਧਦੇ ਹਾਂ। ਵੈਸੇ ਤਾਂ ਮੈਂ ਕਮੈਂਟ ਪੜ੍ਹਦਾ ਨਹੀਂ ਹੁੰਦਾ ਜਲਦੀ, ਕਿਤੇ ਪਤਾ ਨਹੀਂ ਕਿੱਦਾਂ ਮੇਰਾ ਧਿਆਨ ਪੈ ਗਿਆ। ਸੋ ਇਹ ਵੀ ਕਈ ਵਾਰੀ ਡਿਸਟਰਬੈਂਸ ਦਾ ਹੁੰਦਾ। ਅਸੀਂ ਬੜੀ ਇੱਕ ਅੱਛੀ ਗੱਲ ਸਿੱਖਣ ਜਾ ਰਹੇ ਸੀਗੇ, ਜਿਹਦੇ ਵਿੱਚ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ। ਸੋ ਆਓ ਅਸੀਂ ਦੇਖਦੇ ਹਾਂ ਕਿ ਭਵਿੱਖਬਾਣੀ ਜਿਹੜੀ ਤਕਰੀਬਨ ਯਿਸੂ ਮਸੀਹ ਦੇ ਆਉਣ ਤੋਂ 1400-1500 ਸਾਲ ਪਹਿਲਾਂ ਮੂਸਾ ਲਿਖਦਾ ਹੈ, ਤੇ ਉਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਆ, ਮੂਸਾ ਨੂੰ ਲਿਖਾਇਆ ਜਾ ਰਿਹਾ ਕਿ ਕਦੋਂ ਖੁਦਾ ਨੇ ਆਦਮ ਦੇ ਵਿੱਚੋਂ, ਬਾਗੇ ਅਦਨ ਦੇ ਵਿੱਚੋਂ ਆਦਮ ਨੂੰ ਕੱਢਿਆ ਸੀਗਾ। ਔਰ ਉਹ ਸਾਰਾ ਸਿਸਟਮ ਜਦੋਂ ਅੱਗੇ ਵੱਧਦੇ ਅਸੀਂ ਵੱਧਦੇ ਜਾਂਦੇ ਹਾਂ, ਤੇ ਫਿਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਜਦੋਂ ਦੇਖਦੇ ਹਾਂ ਤੇ ਸਮਝਦੇ ਹਾਂ ਵੀ ਇੱਕ ਭਵਿੱਖਬਾਣੀ ਜਿਹੜੀ ਪਰਮੇਸ਼ਰ ਆਪ ਕਰਦਾ, ਉਹ ਭਵਿੱਖਬਾਣੀ ਫਿਰ ਜਿਹੜੀ ਕੀਤੀ ਆ ਮੂਸਾ ਨੂੰ, ਪਰਮੇਸ਼ਰ ਮੂਸਾ ਦੇ ਕੋਲੋਂ ਲਿਖਵਾਉਂਦਾ ਆ। ਫਿਰ ਆਪਣੇ ਨਬੀਆਂ ਦੇ ਦੁਆਰਾ ਉਹਨਾਂ ਗੱਲਾਂ ਨੂੰ ਬਾਰ-ਬਾਰ ਪਰਮੇਸ਼ਰ ਯਾਦ ਕਰਾਉਂਦਾ ਰਹਿੰਦਾ ਕਿ ਮੈਂ ਕੁਝ ਕਿਹਾ ਸੀ, ਮੈਂ ਦੱਸਿਆ ਸੀ ਕਿ ਇੱਕ ਮਸੀਹਾ ਧਰਤੀ ਦੇ ਉੱਤੇ ਆਉਣ ਵਾਲਾ ਹੈ। ਉਸ ਮਸੀਹਾ ਦੀਆਂ ਫਿਰ ਵੱਖਰੇ ਨਬੀਆਂ ਦੇ ਦੁਆਰਾ ਵੱਖਰੀਆਂ ਨਿਸ਼ਾਨੀਆਂ ਜਿਹੜੀਆਂ ਉਹ ਦੱਸੀਆਂ ਗਈਆਂ। ਸੋ ਦੇਖਦੇ ਹਾਂ ਕਿ ਜਿਵੇਂ ਅਸੀਂ ਮੱਤੀ ਦੇ ਵਿੱਚ ਪੜ੍ਹਿਆ ਕਿ ਯੂਸਫ ਦੇ ਨਾਲ ਗੱਲ ਕੀਤੀ, ਫਿਰ ਅੱਗੇ ਅਸੀਂ ਹੌਲੀ ਸਿੱਖਾਂਗੇ ਯੂਸਫ ਦੇ ਨਾਲ ਗੱਲ ਕਰਨ ਤੋਂ ਬਾਅਦ ਪਰਮੇਸ਼ਰ ਦੀ ਯੋਜਨਾ ਸਮਝਦੇ ਹਾਂ ਕਿ ਭਵਿੱਖਬਾਣੀ ਪੂਰੀ ਹੋਣ ਜਾ ਰਹੀ ਸੀ ਜਿਹੜੀ ਆਦਮ ਦੇ, ਇਹ ਉਹ ਹੈ ਭਵਿੱਖਬਾਣੀ ਪੂਰੀ ਹੋਣ ਜਾ ਰਹੀ ਜਿਹੜੀ ਆਦਮ ਨੂੰ ਬਾਗੇ ਅਦਨ 'ਚ ਕੱਢਣ ਦੇ ਸਮੇਂ ਪਰਮੇਸ਼ਰ ਨੇ ਕੀਤੀ ਸੀਗੀ, ਔਰ ਉਹ ਅਸੀਂ ਮੱਤੀ ਦੇ ਵਿੱਚ ਜਾ ਕੇ ਉਹਨੂੰ ਪੂਰਾ ਹੁੰਦਿਆਂ ਦੇਖਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਜਨਮ ਉੱਤੇ ਟਿੱਪਣੀ ਕਰਨ ਵਾਲਿਆਂ ਨੂੰ ਚਾਹੀਦਾ ਕਿ ਉਹ ਪਹਿਲਾਂ ਆਪਣੇ ਧਰਮ ਵਿੱਚ ਚਮਤਕਾਰਾਂ ਦੇ ਉੱਤੇ ਥੋੜਾ ਵਿਚਾਰ ਕਰ ਲੈਣ, ਜਿਹੜੇ ਇਹ ਕਹਿੰਦੇ ਆ ਵੀ ਇਹ ਕਿਵੇਂ ਹੋ ਸਕਦਾ, ਇੱਕ ਕੁਆਰੀ ਗਰਭਵਤੀ ਕਿਵੇਂ ਹੋ ਸਕਦੀ ਹੈ। ਇੱਦਾਂ ਦੀਆਂ ਬੜੀਆਂ ਸਾਰੀਆਂ ਟਿੱਪਣੀਆਂ ਲੋਕ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਜਨਮ ਨੂੰ ਲੈ ਕੇ। ਪਰ ਇੱਥੇ ਇੱਕ ਸਵਾਲ ਆਉਂਦਾ ਵੀ ਹਰੇਕ ਧਰਮ ਬਹੁਤ ਸਾਰੇ ਚਮਤਕਾਰਾਂ ਦੇ ਉੱਤੇ ਗੱਲਾਂ ਕਰਦੇ ਆ। ਜਦੋਂ ਉਹ ਉਹਨਾਂ ਦੇ ਆਪਣੇ ਧਰਮ ਦੀ ਗੱਲ ਹੋਵੇ ਉਦੋਂ ਉਹ ਚਮਤਕਾਰ ਆ, ਲੇਕਿਨ ਜੇ ਉਹ ਦੂਜੇ ਕਿਸੇ ਦੇ ਵਿੱਚ ਉਹ ਹੋਵੇ ਤੇ ਫਿਰ ਉਹ ਇਹ ਕਿਵੇਂ ਹੋ ਸਕਦਾ ਹੈ। ਸੋ ਮੈਂ ਆਪਣੇ ਉਹਨਾਂ ਅਜੀਜ਼ਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਯਿਸੂ ਮਸੀਹ ਦੇ ਪੈਦਾ ਹੋਣ ਦੇ ਉੱਤੇ ਟਿੱਪਣੀ ਕਰਦੇ ਹਾਂ ਤੇ ਸਾਨੂੰ ਧਿਆਨ ਇਹ ਰੱਖਣ ਵਾਲੀ ਗੱਲ ਆ ਕਿ ਅਸੀਂ ਪਹਿਲਾਂ ਆਪਣੇ ਧਰਮਾਂ ਦੇ ਉੱਤੇ ਨਜ਼ਰ ਮਾਰ ਲਈਏ। ਜਿਹੜੇ ਟਿੱਪਣੀਆਂ ਕਰਦੇ ਆ ਕਿ ਕਿਵੇਂ ਕੁਆਰੀ ਗਰਭਵਤੀ ਹੋ ਸਕਦੀ ਹੈ, ਉਹਨਾਂ ਦੇ ਆਪਣੇ ਧਰਮਾਂ ਦੇ ਵਿੱਚ ਖੀਰ ਖਾਣ ਦੇ ਨਾਲ ਉਹਨਾਂ ਦੇ ਦੇਵਤੇ ਪੈਦਾ ਹੋਏ ਆ, ਮੈਲ ਦੇ ਨਾਲ, ਜਿਸਮ ਦੀ ਮੈਲ ਲੱਥਣ ਦੇ ਨਾਲ ਉਹਨਾਂ ਦੇ ਦੇਵਤੇ ਪੈਦਾ ਹੋਏ ਆ। ਕੋਈ ਹਲ ਵਾਹ ਰਿਹਾ ਹੈ ਤੇ ਮਟਕੀ ਦੇ ਵਿੱਚੋਂ ਉਹਨਾਂ ਦੀ ਦੇਵੀ ਪੈਦਾ ਹੋਈ ਹੈ। ਕੋਈ ਉੜਦਾ ਜਾ ਰਿਹਾ ਤੇ ਉਹਦਾ ਪਸੀਨਾ ਮੱਛੀ ਦੇ ਮੂੰਹ ਦੇ ਵਿੱਚ ਡਿੱਗ ਪੈਂਦਾ ਹੈ ਤੇ ਉਹਦੇ ਪਸੀਨੇ ਦੇ ਨਾਲ ਹੀ ਮੱਛੀ ਦੇ ਪੇਟ ਦੇ ਵਿੱਚ ਹੀ ਕੋਈ ਇਨਸਾਨ ਜਨਮ ਲੈ ਲੈਂਦਾ ਹੈ। ਰਿਸ਼ੀਆਂ ਮੁਨੀਆਂ ਦੇ ਕਹਿਣ ਦੇ ਉੱਤੇ ਔਰਤਾਂ ਗਰਭਵਤੀ ਹੋ ਜਾਂਦੀਆਂ। ਰਿਸ਼ੀ ਮੁਨੀਆਂ ਦੇ ਫਲ ਦੇਣ ਦੇ ਨਾਲ ਔਰਤਾਂ ਜਿਹੜੀਆਂ ਆ ਉਹ ਬੱਚਿਆਂ ਨੂੰ ਜਨਮ ਦੇ ਦਿੰਦੀਆਂ।
ਸੋ ਦੂਜੇ ਪਾਸੇ ਕਈ ਐਸੇ ਆ ਵੀ ਉਹ ਕਹਿੰਦੇ ਵੀ ਉਹ ਸੀਸ ਤਲੀ ਦੇ ਉੱਤੇ ਰੱਖ ਕੇ ਤੇ ਲੜਦੇ ਰਹੇ ਆ, ਤੇ ਉਹ ਜਿਹੜੇ ਇਹ ਦਾਵਾ ਕਰਦੇ ਵੀ ਸੀਸ ਤਲੀ ਤੇ ਰੱਖ ਕੇ ਸਾਡਾ ਯੋਧਾ ਲੜਦਾ ਰਿਹਾ, ਤੇ ਉਹ ਯਿਸੂ ਮਸੀਹ ਦੇ ਜਨਮ ਨੂੰ ਲੈ ਕੇ ਕਈ ਵਾਰੀ ਟਿੱਪਣੀਆਂ ਕਰ ਦਿੰਦੇ ਕਿ ਇਹ ਕਿਵੇਂ ਮੁਮਕਿਨ ਹੈ। ਤੇ ਮੱਕਾ ਘੁਮਾ ਦਿੱਤਾ ਗਿਆ, ਤੇ ਸਾਇੰਸ ਦੀਆਂ ਫਿਰ ਦਲੀਲਾਂ ਦਿੰਦੇ ਆ, ਤੇ ਸਾਇੰਸ ਦੇ ਮੁਤਾਬਕ ਤੇ ਫਿਰ ਸਾਬਤ ਨਹੀਂ ਹੋਇਆ ਕਿ ਮੱਕਾ ਕਦੇ ਘੁੰਮਿਆ ਸੀ। ਸੋ ਇਦਾਂ ਦੀਆਂ ਬੜੀਆਂ ਸਾਰੀਆਂ ਦਲੀਲਾਂ ਜਿਹੜੀਆਂ ਉਹ ਯਿਸੂ ਮਸੀਹ ਦੇ ਤੇ ਟਿੱਪਣੀ ਕਰਦੇ ਨਾ, ਤੇ ਇਦਾਂ ਦਾ ਬੜਾ ਸਾਰਾ ਉਹਨਾਂ ਦੇ ਆਪਣੇ ਧਰਮਾਂ ਦੇ ਵਿੱਚ ਪਾਇਆ ਜਾਂਦਾ ਆ ਜਿਹੜਾ ਮੁਮਕਿਨ ਨਹੀਂ ਆ। ਸੋਨੇ ਦੀ ਲੰਕਾ ਨੂੰ ਅੱਗ ਲੱਗ ਜਾਂਦੀ ਹੈ, ਜਦ ਕਿ ਅਸੀਂ ਸਾਰੇ ਜਾਣਦੇ ਹੋ ਸੋਨਾ ਕਦੀ ਸੜ ਕੇ ਸਵਾਹ ਨਹੀਂ ਹੁੰਦਾ। ਪੱਥਰਾਂ ਦੇ ਉੱਤੇ ਭਗਵਾਨ ਦਾ ਨਾਮ ਲਿਖ ਕੇ ਤੇ ਸੁੱਟ ਦਿੱਤੇ ਜਾਂਦੇ ਪਾਣੀ ਦੇ ਉੱਤੇ, ਤੇ ਉਹ ਤਰਨ ਲੱਗ ਪੈਂਦੇ ਆ ਜਦ ਕਿ ਪੱਥਰ ਡੁੱਬ ਜਾਂਦੇ ਆ। ਸੋ ਇਦਾਂ ਦੀਆਂ ਦਲੀਲਾਂ ਵਕੀਲਾਂ ਉਹਨਾਂ ਦੇ ਆਪਣੇ ਧਰਮਾਂ ਵਜੋਂ 'ਚ ਬੜੀਆਂ ਹੁੰਦੀਆਂ, ਤੇ ਉਹ ਉਹਨਾਂ ਦੇ ਲਈ ਬੜੀਆਂ ਇੱਕ ਮਤਲਬ ਮੰਨਣਯੋਗ ਆ। ਪਰ ਜਦੋਂ ਸਵਾਲ ਆਵੇ ਯਿਸੂ ਮਸੀਹ ਦੇ ਜਨਮ ਦੇ ਉੱਤੇ, ਤੇ ਫਿਰ ਉਹਨਾਂ ਨੂੰ ਇਦਾਂ ਦੀਆਂ ਟਿੱਪਣੀਆਂ ਕਰਨ ਦਾ ਜਿਹੜਾ ਨਾ ਸਵਾਦ ਲੈਣ ਦਾ ਆਉਂਦਾ। ਪਰ ਅਸੀਂ ਜਾਣਦੇ ਹਾਂ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਲਈ ਕੁਝ ਵੀ ਨਾਮੁਮਕਿਨ ਨਹੀਂ ਹੈ। ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਆ। ਸਾਇੰਸ ਦਾ ਤੇ ਧਾਰਮਿਕ ਲੋਕਾਂ ਦਾ ਨਾ ਕਦੇ ਮੇਲ ਸੀ ਤੇ ਨਾ ਕਦੇ ਹੋ ਸਕਦਾ। ਸਾਇੰਸ ਹਮੇਸ਼ਾ ਪਰਮੇਸ਼ਵਰ ਦੀਆਂ ਯੋਜਨਾਵਾਂ ਦੇ ਖਿਲਾਫ ਗੱਲ ਕਰਦੀ ਹੈ, ਲੇਕਿਨ ਜਿਹੜੇ ਵਿਸ਼ਵਾਸ ਕਰਦੇ ਆ, ਜਿਹੜੇ ਪਰਮੇਸ਼ਵਰ ਦੀ ਕਾਬਲੀਅਤ ਨੂੰ ਸਮਝਦੇ ਤੇ ਜਾਣਦੇ ਆ, ਤੇ ਜਿਹਨਾਂ ਨੂੰ ਪਤਾ ਹੈ ਇਸ ਯੂਨੀਵਰਸਲ ਦਾ ਕੋਈ ਸਿਰਜਣਹਾਰ ਆ, ਉਹ ਜਾਣਦੇ ਆ ਪਰਮੇਸ਼ਵਰ ਸਭ ਕੁਝ ਕਰਨ ਦੀ ਕੁਦਰਤ ਰੱਖਦਾ। ਉਹ ਮਿੱਟੀ ਦਾ ਪੁੱਤਰਾ ਬਣਾ ਕੇ ਉਹਦੀਆਂ ਨਾਸਾਂ 'ਚ ਸਾਹ ਪਾਵੇ ਤੇ ਉਹ ਜਿਉਂਦੀ ਜਾਨ ਹੋ ਸਕਦਾ। ਉਹ ਤੇ ਹੱਡੀਆਂ ਨੂੰ ਕਵੇ ਕਿ ਜੁੜ ਜਾਓ ਤੇ ਸੈਨਾ ਬਣ ਸਕਦੀ ਹੈ। ਤੇ ਉਹਦੇ ਲਈ ਇੱਕ ਬੱਚੇ ਨੂੰ ਇੱਕ ਕੁਆਰੀ ਦੀ ਕੁੱਖ ਦੇ ਵਿੱਚ ਲੈ ਆਉਣਾ, ਜਨਮ ਦੇਣਾ, ਇਹ ਕੋਈ ਉਹਦੇ ਲਈ ਕੋਈ ਵੱਡਾ ਕੰਮ ਨਹੀਂ ਹੈ। ਗਲਾਤੀਓਂ 4:4 ਦੇ ਵਿੱਚ ਵੀ ਫਿਰ ਅਸੀਂ ਬਾਗੇ ਏਦਨ ਦੀ ਭਿੱਖਬਾਣੀ ਨੂੰ ਪੂਰਾ ਹੁੰਦਿਆਂ ਦੇਖਦੇ ਹਾਂ। ਪਰੰਤੂ ਜਦ ਸਮੇਂ ਪੂਰਾ ਹੁਆ, ਯਾਨੀ ਕਿ ਜਿਹੜੀ ਗੱਲ ਬਾਗੇ ਏਦਨ 'ਚ ਕਹੀ ਗਈ ਸੀਗੀ ਉਹ ਜਦੋਂ ਪੂਰੀ ਹੋਈ, ਜਿਹੜੀ ਗੱਲ ਬਾਗੇ ਏਦਨ ਦੇ ਵਿੱਚ ਕਹੀ ਗਈ ਸੀ ਉਹ ਜਦੋਂ ਪੂਰੀ ਹੋਈ। ਕਦੋਂ ਪੂਰੀ ਹੋਈ? ਅਸੀਂ ਦੇਖਦੇ ਹਾਂ ਪਰਮੇਸ਼ਵਰ ਨੇ ਆਪ ਕੀਤੀ ਹੈ ਭਿੱਖਬਾਣੀ, ਕਿਸੇ ਮਨੁੱਖ ਨੇ ਨਹੀਂ। ਪਰਮੇਸ਼ਵਰ ਨੇ ਬਾਗੇ ਏਦਨ ਦੀ ਭਿੱਖਬਾਣੀ ਆਪ ਕੀਤੀ ਹੈ। ਉਹਦੇ ਉੱਤੇ ਫਿਰ ਉਹਨੇ ਰਸੂਲਾਂ ਨਬੀਆਂ ਦੇ ਦੁਆਰਾ ਮੋਹਰ ਲਾਈ ਹੈ। ਸਮੇਂ ਦੇ ਉੱਤੇ ਪਰਮੇਸ਼ਵਰ ਯਾਦ ਦਿਲਾਉਂਦਾ ਰਿਹਾ ਕਿ ਮੈਨੂੰ ਪਤਾ ਮੈਂ ਬਾਗੇ ਏਦਨ ਦੇ ਵਿੱਚ ਕੀ ਕਿਹਾ ਸੀ, ਔਰ ਮੈਂ ਉਹਨੂੰ ਪੂਰਾ ਕਰਾਂਗਾ। ਜੋ ਮੈਂ ਕਹਿ ਦਿੱਤਾ, ਜੋ ਮੈਂ ਠਾਣ ਲਿਆ, ਉਹਨੂੰ ਪੂਰਾ ਕਰਾਂਗਾ। ਇੱਕ ਆਵੇਗਾ ਜਿਹੜਾ ਦੁਨੀਆ ਨੂੰ ਉਹਦੇ ਪਾਪ ਤੋਂ ਆਜ਼ਾਦੀ ਦਿਲਾਵੇਗਾ। सो परंतु जब समय पूरा हुआ तो परमेश्वर ने अपने पुत्र को भेजा। ये भी ਅਸੀਂ ਅੱਗੇ ਜਾ ਕੇ ਸਮਝਾਂਗੇ। ਲੋਕੀ ਵਿਚਾਰੇ ਇਦਾਂ ਦੇ ਵੀ ਸਿਸਟਮ ਕਹੀ ਜਾਂਦੇ, ਕਹਿੰਦੇ ਵੀ ਇਹਨਾਂ ਦੇ ਤੇ ਰੱਬ ਹੀ ਤਿੰਨ ਆ, ਤੇ ਉਹ ਵੀ ਅੱਗੇ ਜਾ ਕੇ ਫਿਰ ਅਸੀਂ ਸਮਝਾਂਗੇ ਕਿ ਰੱਬ ਤਿੰਨ ਨਹੀਂ, ਕਿ ਰੱਬ ਇੱਕੋ ਹੀ ਆ। ਤੇ ਪੁੱਤਰ ਵਾਲੀ ਜਿਹੜੀ ਗੱਲ ਆ ਉਹ ਵੀ ਇੱਕ ਦ੍ਰਿਸ਼ਟਾਂਤ ਦੀ ਰੀਤੀ ਤੇ ਆ, ਉਹਨੂੰ ਵੀ ਸਮਝਾਂਗੇ ਕਿ ਪੁੱਤਰ ਕਿਉਂ ਕਿਹਾ ਗਿਆ। ਪੁੱਤਰ ਸ਼ਬਦ ਕਾਲੀ ਆਇਆ, ਜਿਵੇਂ ਸਾਡੇ ਕਈ ਇੱਕ ਮਜ਼ਹਬ ਦੇ ਖਾਸ ਮਜ਼ਹਬ ਦੇ ਲੋਕ ਜਿਹੜੇ ਉਹ ਕਹਿ ਦਿੰਦੇ ਆ ਵੀ ਕ੍ਰਿਸਚਨ ਲੋਕ ਜਿਹੜੇ ਆ ਉਹ ਪੁੱਤਰ ਨੂੰ ਮੰਨਦੇ, ਸਾਨੂੰ ਪੁੱਤਰ ਨੂੰ ਮੰਨਣ ਦੀ ਜ਼ਰੂਰਤ ਨਹੀਂ, ਅਸੀਂ ਤੇ ਪੁੱਤਰ ਦੇ ਪਿਤਾ ਨੂੰ ਮੰਨਦੇ ਹਾਂ। ਸੋ ਉਹ ਵੀ ਦੱਸਾਂਗੇ ਕਿ ਜਿਹਦੇ ਲਈ ਪੁੱਤਰ ਸ਼ਬਦ ਆਇਆ ਅਸਲ ਦੇ ਵਿੱਚ ਉਹ ਆਪ ਪਿਤਾ ਹੀ ਹੈ, ਤੇ ਪੁੱਤਰ ਕਿਉਂ ਹੈ ਉਹ ਵੀ ਅੱਗੇ ਜਾ ਕੇ ਅਸੀਂ ਸਿੱਖਾਂਗੇ। सो देखते हैं परंतु जब समय पूरा हुआ तो परमेश्वर ने अपने पुत्र को भेजा जो स्त्री से जन्मा और व्यवस्था के अधीन उत्पन्न हुआ। सो ਉਹ ਜਿਹੜੀ ਭਿਸ਼ਵਾਣੀ ਪਰਮੇਸ਼ਵਰ ਨੇ ਆਪ ਬਾਗੇ ਏਦਨ 'ਚ ਕੀਤੀ, ਉਹਨੂੰ ਇੱਥੇ ਪੂਰਾ ਹੁੰਦਿਆਂ ਕਿਵੇਂ ਦੇਖਦੇ ਹਾਂ ਗਲਾਤੀਓਂ 4:4 ਦੇ ਵਿੱਚ। परंतु जब समय पूरा हुआ तो परमेश्वर ने अपने पुत्र को भेजा। किहने भेजा? परमेश्वर ने। किहनूं भेजा? पुत्र ਨੂੰ। जो इस्त्री से जन्मा, यानी कि ਉਹ ਜਿਹੜੀ ਭਿਸ਼ਵਾਣੀ ਬਾਗੇ ਏਦਨ 'ਚ ਕੀਤੀ ਗਈ ਸੀ ਨਾ, ਇਸਤਰੀ ਦੀ ਸੰਤਾਨ ਦੇ ਵਿੱਚ ਤੇ ਤੇਰੀ ਸੰਤਾਨ ਦੇ ਵਿੱਚ ਵੈਰ ਪਾਵਾਂਗਾ, ਉਹ ਜਿਹਦੇ ਬਾਰੇ ਅਸੀਂ ਸਿੱਖ ਰਹੇ ਹਾਂ। ਉਸ ਇਸਤਰੀ ਦਾ ਇੱਥੇ ਜ਼ਿਕਰ ਹੁੰਦਾ। ਕੀ ਹੁੰਦਾ ਭਲਾ? तो परमेश्वर ने अपने पुत्र को भेजा जो स्त्री से जन्मा और व्यवस्था के अधीन उत्पन्न हुआ। ਮਸੀਹ ਦੇ ਧਰਤੀ ਦੇ ਆਉਣ ਦੀ ਦੂਸਰੀ ਭਿੱਖਬਾਣੀ ਨੂੰ ਅਸੀਂ ਦੇਖਾਂਗੇ। ਪਹਿਲੀ ਤਾਂ ਦੇਖ ਲਈ ਪਰਮੇਸ਼ਵਰ ਨੇ ਆਪ ਕੀਤੀ ਬਾਗੇ ਏਦਨ ਦੇ ਵਿੱਚ, ਔਰ ਉਹਨੂੰ ਅਸੀਂ ਮੱਤੀ ਦੀ ਅੰਜੀਲ ਔਰ ਗਲਾਤੀਓਂ ਦੇ ਵਿੱਚ ਉਸ ਭਿੱਖਬਾਣੀ ਦੇ ਬਾਰੇ 'ਚ ਲਿਖਿਆ ਜਿਹੜਾ ਪੂਰੀ ਹੁੰਦੀ ਨੂੰ ਦੇਖਦੇ ਹਾਂ। ਅਗਲੀ ਅਸੀਂ ਦੇਖਦੇ ਹਾਂ ਇੱਕ ਹੋਰ ਭਿੱਖਬਾਣੀ। ਇਹ ਦੂਸਰੀ ਭਿੱਖਬਾਣੀ ਇਹ ਦੱਸਦੀ ਹੈ ਵੀ ਮਸੀਹ ਪੈਦਾ ਕਿੱਥੇ ਹੋਊਗਾ। ਸੋ ਅਸੀਂ ਸ਼ੁਰੂ 'ਚ ਗੱਲ ਕੀਤੀ ਸੀਗੀ ਕਿ ਮਸੀਹ ਉਹ ਸ਼ਖਸੀਅਤ ਆ
ਜਿਹੜਾ ਬਾਕੀ ਕੋਈ ਦੇਵੀ ਦੇਵਤਿਆਂ ਪੈਗੰਬਰਾਂ ਵਾਂਗੂ ਗੁਰੂਆਂ ਪੀਰਾਂ ਵਾਂਗੂ ਐਵੇਂ ਅਚਾਨਕ ਨਹੀਂ ਆਇਆ ਧਰਤੀ ਉੱਤੇ, ਇਹ ਬੜੀ ਵੱਡੀ ਯੋਜਨਾ ਦੇ ਵਿੱਚ ਆ। ਔਰ ਇੱਕੋ ਹੀ ਆ ਜਿਹੜਾ ਆਇਆ ਸੀ, ਜਿਹੜਾ ਪਾਕਰੂ ਦੇ ਰੂਪ ਵਿੱਚ ਅੱਜ ਵੀ ਆ, ਤੇ ਜਿਹੜਾ ਸਰੀਰਕ ਰੂਪ ਦੇ ਵਿੱਚ ਫਿਰ ਆਵੇਗਾ, ਪਰ ਉਹ ਸਰੀਰ ਜਿਹੜਾ ਨਾ ਉਹ ਸਰੀਰ ਨਹੀਂ ਹੋਵੇਗਾ ਜਿਹੜਾ ਪਹਿਲਾਂ ਸੀ। ਸੋ ਉਹ ਵੀ ਸਿੱਖਾਂਗੇ ਅੱਗੇ ਜਾ ਕੇ। ਸੋ ਇਹ ਦੂਸਰੀ ਭਵਿੱਖਬਾਣੀ ਦੱਸਦੀ ਹੈ ਕਿ ਮਸੀਹ ਕਿੱਥੇ ਪੈਦਾ ਹੋਵੇਗਾ। ਸੋ ਯਾਨੀ ਕਿ ਇਹ ਉਹ ਸ਼ਖਸੀਅਤ ਆ ਜਿਹਦੇ ਬਾਰੇ ਕੋਈ ਭਰਮ ਨਾ ਰਹਿ ਜਾਵੇ। ਔਰ ਫਿਰ ਪਰਮੇਸ਼ਵਰ ਦੀ ਯੋਜਨਾ ਨੂੰ ਦੇਖੀਏ ਅਸੀਂ। ਪਰਮੇਸ਼ਵਰ ਕਿਸੇ ਇੱਕ ਬੰਦੇ ਦੇ ਕੋਲੋਂ ਸਭ ਕੁਝ ਨਹੀਂ ਲਿਖਾਉਂਦਾ। ਪਰਮੇਸ਼ਵਰ ਕਿਸੇ ਇੱਕ ਥਾਂ ਤੋਂ ਨਹੀਂ ਸਭ ਕੁਝ ਕਰਾਉਂਦਾ। ਪਰਮੇਸ਼ਵਰ ਕਿਸੇ ਇੱਕ ਕੈਟਾਗਰੀ ਤੋਂ ਨਹੀਂ ਸਭ ਕੁਝ ਕਰਾਉਂਦਾ, ਬਲਕਿ ਪਰਮੇਸ਼ਵਰ ਬੜੀ ਯੋਜਨਾ ਤਹਿਤ ਸਮੇਂ ਦੇ ਉੱਤੇ ਯਾਨੀ ਕਿ ਵਿੱਚ ਗੈਪ ਵੀ ਪਾਉਂਦਾ। ਔਰ ਫਿਰ ਇੱਕ ਐਸਾ ਕੁੱਲ ਜਿਹੜਾ ਉਹਨੇ ਚੁਣਿਆ ਹੋਇਆ, ਉਹਦੇ ਵਿੱਚੋਂ ਹੀ ਸਪੈਸ਼ਲ ਨਬੀਆਂ ਨੂੰ ਲੈ ਕੇ ਆਉਂਦਾ ਆ ਸਮੇਂ ਦੇ ਉੱਤੇ। ਔਰ ਫਿਰ ਪਰਮੇਸ਼ਵਰ ਆਤਮਾ ਦੇ ਜ਼ਰੀਏ ਉਹਨਾਂ ਨਾਲ ਗੱਲ ਕਰਦਾ ਤੇ ਉਹਨਾਂ ਨੂੰ ਦੱਸਦਾ। ਸੋ ਉਹ ਸਾਰੇ ਸਿਸਟਮ ਜਦੋਂ ਅਸੀਂ ਦੇਖਦੇ ਹਾਂ, ਤੇ ਦੂਸਰੀ ਭਵਿੱਖਬਾਣੀ ਜਿਹੜੀ ਆ ਉਹ ਇਹ ਦੱਸਦੀ ਆ ਵੀ ਜਿਹੜੀ ਭਵਿੱਖਬਾਣੀ ਪਰਮੇਸ਼ਵਰ ਨੇ ਬਾਗ ਏਦਨ ਦੇ ਵਿੱਚ ਕੀਤੀ ਸੀਗੀ, ਉਹਦੀ ਪਹਿਚਾਣ ਕੀ ਹੋਗੀ, ਤਾਂ ਕਿ ਕੋਈ ਭਰਮ ਨਾ ਰਹਿ ਜਾਵੇ, ਕੋਈ ਸ਼ੱਕ ਕਿਤੇ ਨਾ ਰਹਿ ਜਾਵੇ, ਕਿਸੇ ਨੂੰ ਕੋਈ ਗਲਤੀ ਨਾ ਲੱਗ ਜਾਵੇ। ਤੇ ਮੀਕਾ ਲਿਖਦਾ ਹੈ, ਮੀਕਾ ਤਕਰੀਬਨ ਯਿਸੂ ਮਸੀਹ ਦੇ ਆਉਣ ਤੋਂ ਤਕਰੀਬਨ 740 ਕੁ ਸਾਲ ਪਹਿਲਾਂ ਮੀਕਾ ਲਿਖਦਾ ਹੈ ਯਿਸੂ ਮਸੀਹ ਦੇ ਇਸ ਧਰਤੀ ਦੇ ਉੱਤੇ ਇੱਕ ਮਨੁੱਖ ਦੇ ਰੂਪ ਦੇ ਵਿੱਚ ਆਉਣ ਤੋਂ 740 ਕੁ ਸਾਲ ਪਹਿਲਾਂ ਲਿਖਦਾ ਹੈ। ਕੀ ਲਿਖਦਾ ਹੈ? ਪਰ ਹੇ ਬੈਤਲਹਮ, ਭਾਵੇਂ ਤੂੰ ਯਹੂਦਾ ਦੇ ਹਜ਼ਾਰੇ ਲੋਕਾਂ ਵਿੱਚੋਂ ਛੋਟਾ ਆ, ਤਾਂ ਵੀ ਉਹ ਤੇਰੇ ਵਿੱਚੋਂ ਮੇਰੇ ਕੋਲ ਆਵੇਗਾ ਜਿਹੜਾ ਇਸਰਾਇਲ ਦਾ ਹਾਕਮ ਹੋਵੇਗਾ। ਭਾਵੇਂ ਤੂੰ ਛੋਟਾ ਹੈ ਹੇ ਬੈਤਲਹਮ, ਪਰ ਤੇਰੇ ਵਿੱਚੋਂ ਇੱਕ ਆਵੇਗਾ। ਕੌਣ ਆਵੇਗਾ? ਜਿਹੜਾ ਇਸਰਾਇਲ ਦਾ ਹਾਕਮ ਹੋਵੇਗਾ, ਜਿਸ ਦਾ ਆਉਣਾ ਜਾਣਾ ਪੁਰਾਣੇ ਸਮੇਂ ਤੋਂ ਹੀ ਆ। ਇਹ ਯਾਨੀ ਕਿ ਉਹ ਜਿਹੜਾ ਆਉਣਾ ਨਾ, ਉਹ ਇਦਾਂ ਨਹੀਂ ਕੋਈ ਨਵਾਂ ਹੀ ਆ ਰਿਹਾ ਹੈ। ਉਹਦਾ ਆਉਣਾ ਜਾਣਾ ਜਿਹੜਾ ਨਾ, ਉਹ ਪੁਰਾਣੇ ਸਮੇਂ ਤੋਂ ਹੀ ਲੱਗਿਆ ਆ ਰਿਹਾ ਹੈ। ਲੇਕਿਨ ਜਿਹੜੀ ਭਵਿੱਖਬਾਣੀ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਕੀਤੀ ਗਈ ਸੀ, ਜਿਹੜਾ ਉਹਨੇ ਉਸ ਰੂਪ ਦੇ ਵਿੱਚ ਆਉਣਾ ਹੈ, ਉਹਦੇ ਬਾਰੇ ਖੁਦਾ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਹੈ। ਉਹ ਜਿਹਨੇ ਮੁਕਤੀ ਦਾਤਾ ਦੇ ਰੂਪ ਦੇ ਵਿੱਚ ਆਉਣਾ, ਉਹ ਜਿਹਨੇ ਪੂਰੇ ਮਨੁੱਖ ਦੇ ਰੂਪ ਦੇ ਵਿੱਚ ਆਉਣਾ, ਉਹ ਜਿਹਨੇ ਮਸੀਹਾ ਬਣ ਕੇ ਆਉਣਾ, ਉਹ ਜਿਹਨੇ ਦੁਨੀਆ ਨੂੰ ਉਹਦੇ ਪਾਪ ਤੋਂ ਛੁਡਾਉਣ ਦੇ ਲਈ ਆਉਣਾ ਆ। ਜਿਹੜਾ ਉਹ ਰੂਪ ਹੋਣਾ, ਉਹ ਅਲੱਗ ਹੋਣਾ ਆ, ਤੇ ਉਹਦੀ ਪਹਿਚਾਣ ਦੱਸੀ ਜਾ ਰਹੀ ਹੈ। ਤੇ ਮੀਕਾ ਇਹ ਵੀ ਦੱਸਦਾ ਆ ਵੀ ਇਹ ਜਿਹਨੇ ਆਉਣਾ ਨਾ, ਇਹ ਇਦਾਂ ਨਹੀਂਗਾ ਵੀ ਇਹਦੀ ਕੋਈ ਸ਼ੁਰੂਆਤ ਆ। ਜਿਵੇਂ ਅਸੀਂ ਕਈ ਵਾਰੀ ਜਨਮ ਦਿਨ ਮਨਾਉਣ ਕੇ ਤੇ ਉਹਦੀ ਸ਼ੁਰੂਆਤ 2000 ਸਾਲ ਪੁਰਾਣਾ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਦੋਂ ਅਸੀਂ ਫਿਰ ਵਿਰੋਧਤਾ ਇਹਨਾਂ ਚੀਜ਼ਾਂ ਦੇ ਕਰਦੇ ਤੇ ਲੋਕੀ ਟੱਪ ਉੱਠਦੇ ਆ, ਸਾਡੇ ਮਸੀਹੀ ਲੋਕ ਹੀ, ਵੀ ਇਹਨਾਂ ਕੋਲ ਵੱਖਰਾ ਹੀ ਪ੍ਰਕਾਸ਼ਨ ਆ ਜੀ, ਇਹ ਵੱਖਰੀਆਂ ਗੱਲਾਂ ਲੈ ਕੇ ਆਉਂਦੇ, ਇਹ ਅਜੀਬ ਜਿਹੀਆਂ ਗੱਲਾਂ ਕਰਦੇ ਹੁੰਦੇ, ਇਹਨਾਂ ਦੀ ਗੱਲ ਹੀ ਵੱਖਰੀ ਹੁੰਦੀ ਹੈ। ਸੋ ਸਾਡੀ ਭਾਈਓ ਕੋਈ ਗੱਲ ਵੱਖਰੀ ਨਹੀਂ ਹੁੰਦੀ, ਜੋ ਕੁਛ ਲਿਖਿਆ ਨਾ ਅਸੀਂ ਤਾਂ ਉਹੀ ਦੱਸਦੇ ਹਾਂ। ਤੇ ਜਾਂ ਤੇ ਫਿਰ ਸਾਡੇ ਨਾਲ ਕਿਤੇ ਬੈਠ ਕੇ ਚਰਚਾ ਕਰ ਲਿਆ ਕਰੋ ਵੀ ਜੋ ਅਸੀਂ ਲਿਖਿਆ ਹੋਇਆ ਦੱਸ ਦਿਓ ਗਲਤ ਆ, ਤੇ ਜੇ ਉਹ ਗਲਤ ਆ ਤੇ ਫਿਰ ਅਸੀਂ ਬੰਦ ਕਰ ਦੇਵਾਂਗੇ, ਤੇ ਜੋ ਠੀਕ ਆ ਫਿਰ ਤੁਸੀਂ ਸ਼ੁਰੂ ਕਰ ਦਿਓ। ਜੋ ਲਿਖਿਆ ਨਾ ਅਸੀਂ ਪ੍ਰਮਾਣ ਦਿੰਦੇ ਆ, ਅਸੀਂ ਆਪਣੇ ਤੋਂ ਕਦੀ ਕੋਈ ਗੱਲ ਨਹੀਂ ਕਰਦੇ, ਜੋ ਲਿਖਿਆ ਉਹ ਪ੍ਰਮਾਣ ਦਿੰਦੇ ਆ। ਤੇ ਸਾਡੇ ਨਾਲ ਬੈਠ ਕੇ ਚਰਚਾ ਕਰ ਲਓ, ਤੇ ਜੇ ਇਹ ਚਰਚਾ ਦੇ ਵਿੱਚ ਗੱਲ ਪਾਈ ਜਾਵੇ ਫਿਰ ਉਹਨੂੰ ਮੰਨ ਲਈਓ, ਤੇ ਜੇ ਨਹੀਂ ਪਾਈ ਜਾਊਗੀ ਤਾਂ ਅਸੀਂ ਮੰਨ ਲਵਾਂਗੇ। ਅਸੀਂ ਤਾਂ ਰੈਡੀ ਹਾਂ, ਅਸੀਂ ਕਦੇ ਨਹੀਂ ਮੁੱਕਰਦੇ, ਅਸੀਂ ਕਦੇ ਵੀ ਨਹੀਂ ਕਿਹਾ ਵੀ ਨਹੀਂ। ਅਸੀਂ ਤਾਂ ਕਹਿੰਦੇ ਆ ਵੇਰਵਿਆਂ ਦੇ ਨਾਲ, ਦਲੀਲਾਂ ਦੇ ਨਾਲ, ਆਪਣੀ ਅਕਲ ਨਾਲ ਨਹੀਂ। ਤੁਹਾਡੀ ਅਕਲ ਨੂੰ ਨਹੀਂ ਮੰਨਾਂਗੇ ਅਸੀਂ, ਤੁਹਾਡੀ ਅਕਲ ਦੀ ਕਈ ਗੱਲ ਨੂੰ ਨਹੀਂ ਮੰਨਾਂਗੇ। ਦਲੀਲਾਂ ਵਕੀਲਾਂ ਦੇ ਨਾਲ ਪਲੱਸ ਬਾਈਬਲ ਦੇ ਵਚਨਾਂ ਦੇ ਨਾਲ ਪ੍ਰੂਫ ਦੇ ਕੇ ਸਾਨੂੰ ਕੋਈ ਗੱਲ ਸਮਝਾ ਦਿਓ। ਤੁਸੀਂ ਤਾਂ ਨਹੀਂ ਮੰਨਣੀ, ਪਰ ਅਸੀਂ ਜ਼ਰੂਰ ਮੰਨ ਲਵਾਂਗੇ, ਅਸੀਂ ਮੰਨ ਲਵਾਂਗੇ। ਅਸੀਂ ਆਹ ਦੇਖੋ ਨਾ, ਉਹ ਲਿਖਿਆ, ਇਹ ਜਿਹਨੇ ਆਉਣਾ ਨਾ, ਇਹਦਾ ਆਉਣਾ ਜਾਣਾ ਲੱਗਿਆ ਸਦੀਵੀ ਕਾਲ ਤੱਕ, ਅਨਾਦਿ ਕਾਲ ਤੋਂ ਲੱਗਿਆ ਆ, ਇਹ ਆਉਂਦਾ ਜਾਂਦਾ ਰਹਿੰਦਾ ਹੈ। ਲੇਕਿਨ ਉਹ ਜਿਹੜੇ ਮਸਾਇਆ ਦੇ ਰੂਪ ਚ ਆਉਣਾ ਨਾ, ਉਹਦਾ ਸਿਸਟਮ ਦੱਸਦੇ ਪਏ ਵੀ ਉਹ ਥੋੜਾ ਜਿਹਾ ਹਟ ਕੇ ਆ।
ਤੇ ਉਹ ਜਿਹੜਾ ਥੋੜਾ ਜਿਹਾ ਹਟ ਕੇ ਆ ਉਹਨੂੰ ਆਪਾਂ ਸਮਝਣਾ ਹਨਾ। ਸੋ ਕੀ ਲਿਖਿਆ ਆ, ਹੇ ਬੈਤਲਹਮ, ਭਾਵੇਂ ਤੂੰ ਯਹੂਦਾ ਦੇ ਹਜ਼ਾਰਾਂ ਲੋਕਾਂ ਵਿੱਚੋਂ ਕੀ ਹੈ ਛੋਟਾ, ਤਾਂ ਵੀ ਤੇਰੇ ਵਿੱਚੋਂ ਮੇਰੇ ਕੋਲ ਆਵੇਗਾ ਜਿਹੜਾ ਇਸਰਾਇਲ ਦਾ ਹਾਕਮ ਹੋਵੇਗਾ। ਕੌਣ ਹੋਵੇਗਾ? ਇਸਰਾਇਲ ਦਾ ਹਾਕਮ ਹੋਵੇਗਾ। ਮੈਂ ਫਿਰ ਦੱਸਦਾ ਹਾਂ ਕੌਣ ਹੋਵੇਗਾ ਜਿਹੜਾ ਤੇਰੇ ਵਿੱਚੋਂ ਆਵੇਗਾ। ਉਹ ਕੌਣ ਹੋਵੇਗਾ? ਇਸਰਾਇਲ ਦਾ ਹਾਕਮ ਹੋਵੇਗਾ। ਤੇ ਕਿੱਥੋਂ ਆਵੇਗਾ? ਬੈਤਲਹਮ ਤੋਂ ਆਵੇਗਾ। ਸੋ ਪਰਮੇਸ਼ਵਰ ਦੀ ਬਾਗੇਦਨ ਚ ਕੀਤੀ ਗਈ ਭਵਿੱਖਬਾਣੀ, ਨਬੀਆਂ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਬੋਲਦਾ, ਨਬੀਆਂ ਦੇ ਦੁਆਰਾ ਪਰਮੇਸ਼ਵਰ ਥੋੜਾ ਥੋੜਾ ਕਰਕੇ ਲੋਕਾਂ ਨੂੰ ਦੱਸਦਾ ਆ ਰਿਹਾ ਹੈ, ਕਿਉਂਕਿ ਇੱਕ ਖਾਸ ਹੈ ਨਾ ਜਿਹਨੇ ਆਉਣਾ। ਇਹਦੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਨਬੀਆਂ ਦੇ ਦੁਆਰਾ, ਤਾਂ ਕਿ ਲੋਕ ਉਹਦੇ ਆਉਣ ਦੀ ਤਿਆਰੀ ਕਰਨ। ਹੁਣ ਵੀ ਤੇ ਦੁਬਾਰਾ ਉਹਨੇ ਆਉਣਾ ਨਾ, ਹੁਣ ਵੀ ਤਿਆਰੀਆਂ ਹੋ ਰਹੀਆਂ, ਅਸੀਂ ਤੁਸੀਂ ਲੱਗੇ ਹੋਏ ਨਾ ਦੁਨੀਆ ਨੂੰ ਦੱਸਣ ਵਾਸਤੇ ਇੱਕ ਆਉਣ ਵਾਲਾ ਹੈ, ਇੱਕ ਆਉਣ ਵਾਲਾ ਹੈ। ਜਿਵੇਂ ਹੁਣ ਨਹੀਂ ਲੋਕੀ ਮੰਨਦੇ, ਇੱਥੇ ਉਦੋਂ ਨਹੀਂ ਸੀ ਮੰਨਦੇ, ਉਦੋਂ ਨਹੀਂ ਸੀ ਮੰਨਦੇ, ਪਰ ਆਉਣ ਵਾਲਾ ਆ ਗਿਆ ਸੀ ਤੇ ਮੰਨਦੇ ਹੁਣ ਵੀ ਨਹੀਂ ਗਿਆ, ਪਰ ਆਉਣ ਵਾਲੇ ਨੇ ਫਿਰ ਵੀ ਆ ਜਾਣਾ ਹੈ। ਖੁਦਾ ਇਹਨਾਂ ਦੀ ਬੁੱਧ ਨੂੰ ਖੋਲੇ। ਸੋ ਇਸ ਗੱਲ ਨੂੰ ਮੈਂ ਬਾਰ-ਬਾਰ ਰਿਪੀਟ ਤਾਂ ਕਰਦਾ ਪਿਆ ਵੀ ਤੁਹਾਨੂੰ ਪਤਾ ਲੱਗੇ, ਫਿਰ ਪੜ੍ਹਨ ਲੱਗਾ। ਜੇ ਕਿਸੇ ਨੂੰ ਡਾਊਟ ਰਹਿ ਜਾਵੇ ਤੇ ਉਹ ਆਪ ਵੀ ਪੜ੍ਹ ਸਕਦਾ ਆ। ਉਹ ਤੇਰੇ ਵਿੱਚੋਂ ਮੇਰੇ ਕੋਲ ਆਵੇਗਾ ਜਿਹੜਾ ਇਸਰਾਇਲ ਦਾ ਹਾਕਮ, ਜਿਸ ਦਾ ਆਉਣਾ ਜਾਣਾ ਪੁਰਾਣੇ ਸਮੇਂ ਤੋਂ ਸਦੀਵੀ ਆ, ਜਿਹਦਾ ਆਉਣਾ ਜਾਣਾ ਲੱਗਿਆ ਰਹਿੰਦਾ। ਦੇਖਦੇ ਨਾ, ਇਸਰਾਇਲੀਆਂ ਦੇ ਅੱਗੇ ਅੱਗੇ ਚੱਲਦਾ ਸੀ, ਉਹਨਾਂ ਦੀ ਬਿਆਬਾਨ ਦੇ ਵਿੱਚ ਅਗਵਾਈ ਕਰਦਾ ਸੀ। ਕਹਿੰਦਾ ਜਿਹੜੀ ਚਟਾਨ ਦੇ ਵਿੱਚੋਂ ਤੁਸੀਂ ਪਾਣੀ ਪੀਤਾ ਉਹ ਮੈਂ ਹੀ ਸੀ। ਉਸ ਚਟਾਨ ਨੇ ਜਿਹੜੀ ਲਾਠੀ ਖਾਧੀ ਉਹ ਮੈਂ ਹੀ ਸੀ। ਦੂਜੀ ਵਾਰੀ ਜਦੋਂ ਮਾਰੀ ਤੇ ਫਿਰ ਗੁੱਸਾ ਹੋ ਗਿਆ ਮੂਸਾ ਦੇ ਨਾਲ। ਤੇ ਹੁਣ ਵੀ ਤੇ ਇੱਕੋ ਵਾਰੀ ਆਇਆ ਨਾ ਸਾਡੇ ਲਈ ਕੁਰਬਾਨ ਹੋਣ ਲਈ, ਦੂਜੀ ਵਾਰੀ ਕੁਰਬਾਨ ਹੋਣ ਲਈ ਨਹੀਂ। ਦੂਜੀ ਵਾਰੀ ਤੇ ਨਿਆਂ ਕਰਨ ਲਈ ਪ੍ਰਗਟ ਹੋਣਾ। ਜਿਹਦਾ ਮੂਸਾ ਦਾ ਕਰ ਦਿੱਤਾ ਨਾ, ਉੱਥੇ ਹੀ ਤੂੰ ਨਹੀਂ ਜਾਏਗਾ। ਚਟਾਨ ਨੇ ਮਾਰ ਇੱਕੋ ਵਾਰੀ ਖਾਣੀ ਸੀ ਤੇ ਖਾ ਚੁੱਕੀ ਆ। ਹੁਣ ਤੇ ਤੂੰ ਚਟਾਨ ਦੇ ਨਾਲ ਗੱਲ ਕਰਨੀ ਸੀ। ਪਿਆਰੇ ਅਜੀਜ਼ੋ, ਕਈ ਵਾਰ ਸੋਚਦਾ ਵੀ ਬਚਨ ਬੜਾ ਗਹਿਰਾ ਹੈ, ਪਰ ਕਈ ਵਾਰ ਸੋਚਦਾ ਜੇ ਤੁਸੀਂ ਪਰਮੇਸ਼ਰ ਦੇ ਨਾਲ ਬਹਿੰਦੇ ਹੋ ਨਾ, ਜੇ ਸਰੈਂਡਰ ਕਰਦੇ ਹੋ, ਤੇ ਪਰਮੇਸ਼ਰ ਤੁਹਾਨੂੰ ਏਦਾਂ ਵਚਨ ਸਮਝਾ ਦਿੰਦਾ ਆ, ਔਖੇ ਤੋਂ ਔਖੇ ਭੇਤ ਨੂੰ ਤੁਹਾਡੇ ਉੱਤੇ ਏਦਾਂ ਈਜੀ ਜਿਹਾ ਕਰਕੇ ਪ੍ਰਗਟ ਕਰ ਦਿੰਦਾ ਆ। ਤੇ ਫਿਰ ਤੁਹਾਨੂੰ ਏਦਾਂ ਲੱਗਦਾ ਜਿੱਦਾਂ ਇਹ ਤੇ ਭੇਤ ਹੈ ਹੀ ਨਹੀਂ ਸੀ। ਔਰ ਤਾਂ ਕਰਕੇ ਇਹ ਹੁੰਦਾ ਆ ਕਿਉਂਕਿ ਤੁਸੀਂ ਪਿਤਾ ਨੂੰ ਕਹਿੰਦੇ ਹੋ, ਪਿਤਾ ਜੀ ਮੈਂ ਬੇਵਕੂਫ ਜਿਹਾ ਹੈਗਾ, ਮੈਨੂੰ ਅਕਲ ਹੈ ਨਹੀਂ, ਮੈਂ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਦੇ ਨਹੀਂਗਾ, ਨਾ ਮੈਂ ਜ਼ਿਆਦਾ ਕੋਈ ਸਮਾਰਟ ਹੈ, ਨਾ ਕੋਈ ਜ਼ਿਆਦਾ ਇੰਟੈਲੀਜੈਂਟ ਹੈ, ਨਾ ਕੋਈ ਜ਼ਿਆਦਾ ਐਜੂਕੇਟਡ ਹੈਗਾ ਮੈਂ, ਤੇ ਮੈਂ ਜਿੱਦਾਂ ਦਾ ਹੈਗਾ ਮੈਨੂੰ ਉੱਦਾਂ ਦੇ ਹਿਸਾਬ ਦੇ ਨਾਲ ਹੀ ਗੱਲ ਕਰ। ਤੇ ਪਿਤਾ ਫਿਰ ਉੱਦਾਂ ਦੇ ਹਿਸਾਬ ਦੇ ਨਾਲ ਹੀ ਗੱਲ ਕਰਕੇ, ਬੜਾ ਈਜੀ ਜੀ ਗੱਲ ਕਰਕੇ ਵੱਡੇ ਵੱਡੇ ਭੇਤਾਂ ਨੂੰ ਪ੍ਰਗਟ ਕਰ ਦਿੰਦਾ। ਸੋ ਇਸ ਲਈ ਕਹੀਦਾ, ਫਿਰ ਅਸੀਂ ਜਦੋਂ ਕਹੀਦਾ ਨਾ ਵੀ ਭਾਈ ਜਿਹਦੀ ਕੋਈ ਸ਼ੁਰੂਆਤ ਨਹੀਂ, ਜਿਹਦਾ ਕੋਈ ਅੰਤ ਨਹੀਂ, ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ, ਉਹਦੀ ਸ਼ੁਰੂਆਤ ਦਾ ਦਿਨ ਨਾ ਠਹਿਰਾਇਆ ਕਰੋ, ਨਾ ਕਿਆ ਕਰੋ ਪ੍ਰਭੂ ਯਿਸੂ ਮਸੀਹ 2000 ਸਾਲ ਪੁਰਾਣਾ ਆ, ਬਲਕਿ ਇਹ ਦੱਸਿਆ ਕਰੋ ਉਹੀ ਆਦਿ ਆ ਤੇ ਉਹੀ ਅੰਤ ਆ, ਉਹਦੀ ਨਾ ਕੋਈ ਸ਼ੁਰੂਆਤ ਆ ਤੇ ਨਾ ਕੋਈ ਅੰਤ ਆ। ਆਉਂਦਾ ਜਾਂਦਾ ਰਹਿੰਦਾ। ਤੇ ਅੱਗੇ ਦੇਖਦੇ ਹਾਂ ਹੋਰ, ਮੱਤੀ ਦੀ ਅੰਜੀਲ 2 ਅਧਿਆਏ ਉਹਦੀ 2 ਆਇਤ। ਹੁਣ ਉੱਥੇ ਤੇ ਪੜ੍ਹਿਆ ਨਾ, ਇੱਕ ਤੇਰੇ ਵਿੱਚੋਂ ਹਾਕਮ ਆਵੇਗਾ। ਤੇ ਮੱਤੀ 2:2 ਦੇ ਵਿੱਚ ਲਿਖਿਆ ਸਾਫ਼ ਕਰਕੇ, ਪ੍ਰੂਫ ਦੇ ਕੇ ਕਿ ਯਹੂदियों का राजा जिसका जन्म हुआ। मैं फिर ਦੁਬਾਰਾ ਪਿੱਛੇ ਲਿਆਣਾ ਤਾਂ ਕਿ ਤੁਹਾਨੂੰ ਪੂਰਾ ਕਲੀਅਰ ਹੋਵੇ। ਮੈਂ ਨਹੀਂ, ਬਲਕਿ ਜੋ ਲਿਖਿਆ ਮੈਂ ਉਹ ਬੋਲ ਰਿਹਾ। ਇੱਥੇ ਲਿਖਿਆ ਹਜ਼ਾਰਾਂ ਲੋਕਾਂ ਵਿੱਚੋਂ ਛੋਟਾ ਤੇ ਤੂੰ ਹੈਗਾ ਬੈਤਲਹਮ ਨੂੰ, ਕਹਿੰਦਾ ਤਾਂ ਵੀ ਉਹ ਤੇਰੇ ਵਿੱਚੋਂ ਮੇਰੇ ਕੋਲ ਆਵੇਗਾ ਜਿਹੜਾ ਇਸਰਾਇਲ ਦਾ ਕੀ ਹੋਵੇਗਾ? ਹਾਕਮ ਹੋਵੇਗਾ। ਤੇ ਹੁਣ ਮੱਤੀ ਕੀ ਲਿਖਦਾ ਆ? ਮੀਕਾ ਲਗਭਗ 740 ਸਾਲ ਪਹਿਲਾਂ ਇਸ ਗੱਲ ਨੂੰ ਲਿਖਦਾ। 740 ਸਾਲ ਬੀਤ ਜਾਣ ਤੋਂ ਬਾਅਦ ਖੁਦਾਵੰਦ ਦਾ ਰੂਹ
ਆਪਣੇ ਰਸੂਲਾਂ ਨਬੀਆਂ ਦੇ ਦੁਆਰਾ ਗੱਲ ਕਰਦਾ ਤੇ ਯਿਸੂ ਮਸੀਹ ਦੇ ਆਉਣ ਦੇ ਉੱਤੇ ਫਿਰ ਗੱਲ ਪੂਰੀ ਹੁੰਦੀ ਹੈ, ਜਿਹਨੂੰ ਫਿਰ ਬਾਅਦ ਵਿੱਚ ਹੀ ਲਿਖਿਆ ਗਿਆ ਆ। ਲੇਕਿਨ ਸਮੇਂ ਕਾਲ ਜਿਹੜਾ ਯਿਸੂ ਮਸੀਹ ਦੇ ਨਾਲ ਜਦੋਂ ਅਟੈਚ ਕਰਕੇ ਦੇਖਦੇ ਫਿਰ ਉਹਦਾ ਵੇਰਵਾ ਨਿਕਲਦਾ। तो उस वेरवे के मुताबिक देखते कि यहूदियों का राजा जिसका जन्म हुआ कहां है। तारा देख के आइडिया ला लिया, कोई हाकम पैदा होया, कोई महान शख्सियत इस धरती दे उत्ते आई है। किथे है कहते की कह के कि यहूदियों का राजा जिसका जन्म हुआ कहां है, क्योंकि हमने पूर्व में उसका तारा देखा है और उसको प्रणाम करने आए हैं। एक वो ज्योतिषी सी जिन्हां को ज्योतिष सीगा, जिन्हां को तारियां दे भेत दा भेत सीगा, उन्हां ने फट पता ला लिया जिहदे बारे सुनदे हुंदे सी ना, जिहदे बारे लोक दसदे हुंदे सीगे, ਜਿਹੜੀਆਂ ਨਿਸ਼ਾਨੀਆਂ ਸੀ ਤੇ ਇਹੋ ਜਿਹਾ ਜਦੋਂ ਆਵੇ ਤੇ ਉਦੋਂ ਕਿੱਦਾਂ ਦੇ ਯੂਨੀਵਰਸਲ ਦੇ ਵਿੱਚ ਚਿੰਨ੍ਹ ਹੁੰਦੇ ਉਹਨਾਂ ਨੇ ਪਤਾ ਲਾ ਲਿਆ ਤੇ ਉਹਦੀ ਪੈਰ ਦੇ ਉੱਤੇ ਚੱਲਦੇ, ਉਹਦੇ ਪਿੱਛੇ ਚੱਲਦੇ ਕਰਦੇ ਉਸ ਜਗ੍ਹਾ ਤੇ ਆ ਕੇ ਪੁੱਛਦੇ ਕਿੱਥੇ ਆ ਜੀ, ਕਿਹੜਾ ਜਿਹੜਾ ਮੀਕਾ ਨੇ ਭਵਿੱਖਬਾਣੀ ਕੀਤੀ ਸੀ ਤੇਰੇ ਵਿੱਚੋਂ ਇੱਕ ਹਾਕਮ ਆਊਗਾ। ਤੇ ਹੁਣ ਆ ਗਿਆ ਤੇ ਕਹਿੰਦੇ ਕਿੱਥੇ ਆ। खुशी होनी चाहिए सी, कोई हाकम आया, काम इत्थे थोड़ा जिहा गड़बड़ हो गया। गड़बड़ की होया और उसको प्रणाम करने हैं। मत्ती 2:3 च लिखा ये सुनकर ये हाकम जिहड़ा है ते हाकमां दा हाकम आ, राजियां दा राजा, प्रभुआं दा प्रभु, बादशाहां दा बादशाह, किंग ऑफ किंग्स। ये कोई आम नहीं। हालेलुया। ये सुनकर हेरोदेस राजा उसके साथ सारा यरूशलेम घबराया। वो वेलकम करो, एक है भला कहते राजा ते आ हेरोदेस सोच राजा ते मैं, ए राजा केड़ा आ गया, हुण भी आने वाला ही हो। आ कोई वड्डी गल नहीं, जदों आपां वचन सुनते पे ना हुण ही आ जावे। इस करके सावधान करीदा, बंदे बन जाओ, उदों गुस्सा लगता फिर तो गुस्सा करो भी तावी उन्हें ते आ जाना। और हुण वो जदों उन्हें आना ना, पहला तो उन्हें उदा ही आना कि पता नहीं लगना तो असली माल लै जाना उन्हें, ते दूजी वारी जदों आना ना तो लोहे का डंडा हाथ च वड़ के आना ही। फिर रहम की उम्मीद नहीं कोई भी, फिर तो न्यायी बन के आना, फिर सीधे करू। फिर इकबाल गिल दियां कईयां होईयां तत्तियां गल्लां तुहानूं चेते होणीआं। अज ते कढदे हो ना मैनूं गालां, अज ते साड़दे हो तुसीं मेरे पुतले, अज ते कहंदे तुसीं मैनूं बुरा भला, अज ते उड़ाउंदे तुसीं मेरा मजाक। खुदा तुहानूं बरकत देवे। इस करके मैं तुहाडा कोई रिप्लाई नहीं सी कीता, बल्कि मेरे लिए बड़ी माण ते गर्व की गल सी जिहड़ा प्रभु तीसरे आकाश की महिमा छड्ड के मेरे लिए इस धरती दे उत्ते मनुखां दे कोलों जलील हो के गया। मेरे लिए तो मुबारक दिन सी जिहड़ा वो मेरे लिए जलील होया। ਉਹਦੇ ਵਿੱਚ ਉਹਨੇ ਮੈਨੂੰ ਥੋੜਾ ਜਿਹਾ ਐਵੇਂ ਤਿਣਕਾ ਭਰ ਹਿੱਸੇਦਾਰ ਬਣਾਇਆ। ਕਿੰਨਾ ਤਿਣਕਾ ਭਰ। ਪਰ ਦੁੱਖ ਉਹਨਾਂ ਲੋਕਾਂ ਦੇ ਲਈ, ਗੁੱਸਾ ਨਹੀਂ, ਦੁੱਖ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀਆਂ ਅੱਖਾਂ ਤੋਂ ਅਜੇ ਤੱਕ ਪਰਦਾ ਚੁੱਕਿਆ ਨਹੀਂ ਗਿਆ, ਜਿਨ੍ਹਾਂ ਨੂੰ ਅਜੇ ਤੱਕ ਗਿਹਾਜੀ ਤੇ ਅਲੀ ਸ਼ਾਹ ਦੇ ਫਰਕ ਦਾ ਪਤਾ ਨਹੀਂ ਲੱਗਾ। ਇਹ ਹੁਣ ਪਰਮੇਸ਼ਵਰ ਹੀ ਲਵਾਵੇਗਾ ਪਤਾ, ਪਰ ਸਾਡੀ ਦੁਆ ਇਹ ਆ ਵੀ ਇਸ ਤੋਂ ਪਹਿਲਾਂ ਪਰਮੇਸ਼ਵਰ ਲਵਾਵੇ, ਅਜੇ ਵੀ ਮੌਕਾ ਸੁਧਰ ਜਾਓ। अजय भी मौका की है भला, सुधर जाओ, क्योंकि अब
आने वाला आएगा और देर ना लगाएगा। ਹੁਣ ਤੇ ਦੁਆਰ ਤੇ ਹੀ ਆ, ਬਸ ਕੁੰਡੀ ਖੜਕਾਉਣ ਵਾਲਾ ਹੀ ਆ। ਇਹ ਵੀ ਘਬਰਾ ਗਏ। ਲਿਖਿਆ ਕੀ ਲਿਖਿਆ ਭਲਾ? ਯਰੂਸ਼ਲਮ ਵੀ ਘਬਰਾ ਗਿਆ ਤੇ ਰਾਜਾ ਵੀ। ਘਬਰਾਉਣਾ ਤੇ ਜ਼ਰੂਰੀ ਵੀ ਸੀ ਨਾ, ਤੇ ਘਬਰਾਉਣਾ ਉਦੋਂ ਉਹਨਾਂ ਨੇ ਵੀ ਹੈ ਜਿਹੜੇ ਇਨਸਾਫ ਦੇ ਨਾਲ ਚੱਲਦੇ ਨਹੀਂ ਸੀ। ਇਹਨਾਂ ਨੂੰ ਵੀ ਪਤਾ ਸੀ ਅਸੀਂ ਤੇ ਲੁੱਟ ਮਚਾ ਕੇ ਬੈਠੇ, ਇਹ ਕਿਹੜਾ ਆ ਜਿਹੜਾ ਰਾਜਾ ਬਣ ਕੇ ਪੈਦਾ ਹੋ ਗਿਆ? ਕੌਣ ਆ ਜਿਹੜਾ ਰਾਜਾ ਬਣ ਕੇ ਪੈਦਾ ਹੋਇਆ? ਉਹ ਬਾਗੇ ਏਦਨ ਦੀ ਭਵਿੱਖਬਾਣੀ ਕਿੱਦਾਂ ਕਿੱਦਾਂ ਪੂਰੀ ਹੁੰਦੀ ਦੇਖ ਰਹੇ ਹਾਂ ਅਸੀਂ, ਜਿਹੜੀ ਪਰਮੇਸ਼ਵਰ ਨੇ ਆਪ ਕੀਤੀ ਸੀ, ਫਿਰ ਨਬੀਆਂ ਨੇ, ਫਿਰ ਰਸੂਲ ਲਿਖ ਰਹੇ ਆ ਤਰਤੀਬ ਵਾਈਜ਼। ਸੋ ਮੀਕਾ ਲਿਖਦਾ 740 ਸਾਲ ਦੇ ਕਰੀਬ ਲਗਭਗ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ। ਫਿਰ ਮੱਤੀ ਦੀ ਇੰਜੀਲ ਦੇ ਵਿੱਚ ਅਸੀਂ ਉਸ ਭਵਿੱਖਬਾਣੀ ਨੂੰ ਪੂਰਾ ਹੁੰਦਿਆਂ ਦੇਖਦੇ ਹਾਂ ਜਿਹਨੂੰ ਮੀਕਾ ਕਹਿੰਦਾ ਹੈ। ਲੂਕਾ ਦੀ ਇੰਜੀਲ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ? 2 ਅਧਿਆਏ ਉਹਦੀ 4 आयत। सो यूसुफ भी इसलिए कि वह दाऊद के घराने और वंश का था। कौन सी भला? सो यूसुफ भी इसलिए कि वह दाऊद के घराने और वंश का था, गलील के नासरत नगर से यहूदिया में दाऊद के नगर बैतलहम को गया। मैं फिर पिछे तुहानूं लियाउणा चाहुंदा, ਉਹ ਜਿਹਦੀ ਭਵਿੱਖਬਾਣੀ ਪਰਮੇਸ਼ਵਰ ਨੇ ਆਪ ਬਾਗੇ ਅਦਨ ਦੇ ਵਿੱਚ ਕੀਤੀ, ਉਹਦੇ ਉੱਤੇ ਪਹਿਲਾਂ ਤੇ ਮੱਤੀ ਦੀ ਅੰਜੀਲ ਦੇ ਵਿੱਚ ਅਸੀਂ ਮੋਹਰ ਲੱਗਦੇ ਦੇਖਦੇ ਹਾਂ ਕਿ ਰਾਜਾ ਜਿਹੜਾ ਬਾਰੇ ਐਲਾਨ ਹੋਇਆ। ਰਾਜੇ ਦੇ ਬਾਰੇ ਫਿਰ ਜੋਤਸ਼ੀ ਆਏ ਤੇ ਉਹਨੇ ਕਿਹਾ ਰਾਜਾ ਪੈਦਾ ਹੋ ਗਿਆ। ਲੂਕਾ ਦੇ ਵਿੱਚ ਅਸੀਂ ਦੇਖਦੇ ਹਾਂ ਉਹ ਰਾਜਾ ਜਿਹਦੇ ਬਾਰੇ ਦੱਸਿਆ ਸੀ ਉਹ ਹਾਕਮ ਕਿੱਥੋਂ ਨਿਕਲਣਾ ਆ, ਉਹ ਬੈਤਲਹਮ 'ਚ ਪੈਦਾ ਹੋਣਾ। ਤੇ ਹੁਣ ਕੀ ਹੋਇਆ ਭਲਾ? ਸਿਸਟਮ ਕਿਵੇਂ ਕਿਵੇਂ ਬਣਦਾ ਆ ਤਾਂ ਕਿ ਜਿੰਨੀਆਂ ਨਿਸ਼ਾਨੀਆਂ ਉਹਦੇ ਬਾਰੇ 'ਚ ਲਿਖੀਆਂ ਗਈਆਂ ਸੀ, ਕੋਈ ਇੱਕ ਨਿਸ਼ਾਨੀ ਵੀ ਪਰਮੇਸ਼ਵਰ ਲੋਕਾਂ ਦੀ ਨਜ਼ਰੋਂ ਪਰੋਖੇ ਨਹੀਂ ਰੱਖਣਾ ਚਾਹੁੰਦਾ। ਹਰ ਚੀਜ਼ ਚੀਖ ਚੀਖ ਕੇ ਗਵਾਹੀ ਦਵੇ ਇਹ ਉਹੋ ਹੀ ਆ। ਫਿਰ ਵੀ ਲੋਕ ਨਾ ਸਮਝਣ ਤੇ ਉਹ ਆਪਣੇ ਹੀ ਪਾਪਾਂ ਦੇ ਵਿੱਚ ਮਰਨਗੇ। फिर भी ना समझन थे। की लिखा? सो यूसुफ इसलिए कि वह दाऊद के घराने और वंश का था, गलील के नासरत नगर से यहूदिया में दाऊद के नगर बैतलहम को गया। कितने गया जी? बैतलहम। ਉਹ ਜਿਹੜਾ ਮਸਾਇਆ ਆਉਣਾ ਸੀ ਉਹਦੀ ਭਵਿੱਖਬਾਣੀ ਦੇ ਉੱਤੇ ਜਦੋਂ ਅਸੀਂ ਗੌਰ ਕੀਤਾ ਤਾਂ ਕੀ ਭਵਿੱਖਬਾਣੀ ਹੋਈ ਸੀ ਭਲਾ? ਕਿੱਥੇ ਪੈਦਾ ਹੋਵੇਗਾ? ਉਹ ਬੈਤਲਹਮ ਦੇ ਵਿੱਚ ਪੈਦਾ ਹੋਵੇਗਾ। ਤੇ ਹੁਣ ਉਹ ਬੈਤਲਹਮ 'ਚ ਉਹਨੇ ਪੈਦਾ ਹੋਣਾ, ਇਸ ਕਰਕੇ ਉਹ ਭਵਿੱਖਬਾਣੀ ਦਾ ਪੂਰਾ ਹੋਣਾ ਕੀ ਹੈ ਭਲਾ? ਜ਼ਰੂਰੀ है। सो यूसुफ भी इसलिए कि वह दाऊद के घराने और वंश का था, गलील के नासरत नगर से यहूदिया के दाऊद के नगर बैतलहम को गया कि अपनी मंगेतर मरियम के साथ जो गर्भवती थी नाम लिखवाए। उनके वहां रहते हुए उसके जनने के दिन पूरे हुए और वह अपना पहलोठा पुत्र जनी और उसे कपड़े में लपेट कर चरनी में रखा, क्योंकि उनके लिए सराय में जगह ना थी। ਸੋ ਪਹਿਲੇ ਜੀ ਜੋ ਇੱਕ ਗੱਲ ਤੇ ਪੱਕੀ ਹੋ ਗਈ ਵੀ ਜਿਹੜੀ ਮੀਕਾ ਨੇ ਭਵਿੱਖਬਾਣੀ ਕੀਤੀ ਸੀਗੀ ਕਿ ਉਹ ਬੈਤਲਹਮ ਦੇ ਵਿੱਚ ਪੈਦਾ ਹੋਵੇਗਾ। ਪਰਮੇਸ਼ਵਰ ਨੇ ਬਾਗੇਦਨ 'ਚ ਭਵਿੱਖਬਾਣੀ ਕੀਤੀ ਸੀ ਇਸਤਰੀ ਦੀ ਸੰਤਾਨ ਆਵੇਗੀ। ਦੋ ਚੀਜ਼ਾਂ ਅਸੀਂ ਪੂਰੀਆਂ ਹੁੰਦੀਆਂ ਦੇਖੀਆਂ ਸਮੇਂ ਦੇ ਮੁਤਾਬਕ। ਪਰਮੇਸ਼ਵਰ ਨੇ ਕਿਹਾ, ਫਿਰ ਨਬੀਆਂ ਨੇ ਕਿਹਾ, ਫਿਰ ਰਸੂਲਾਂ ਨੇ ਕਿਹਾ। ਅੱਗੇ ਅਸੀਂ ਵੱਧਦੇ ਹਾਂ ਕਿ ਦੋ ਗੱਲਾਂ ਕਲੀਅਰ ਹੋ ਗਈਆਂ। ਰਾਜਾ ਹਾਕਮ ਨਿਕਲੂਗਾ ਕਿੱਥੋਂ? ਬੈਤਲਹਮ ਦੇ ਵਿੱਚੋਂ। ਔਰ ਦੋਨੇ ਚੀਜ਼ਾਂ ਨੂੰ ਪੂਰਾ ਹੁੰਦੇ ਅਸੀਂ ਦੇਖਿਆ। ਅੱਗੇ ਅਸੀਂ ਵੱਧਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਲਈ ਕੀਤੀ ਗਈ ਤੀਸਰੀ ਭਵਿੱਖਬਾਣੀ ਨੂੰ ਅਸੀਂ ਦੇਖਦੇ ਹਾਂ ਜਿਹੜੀ ਯਸ਼ਾਇਆ ਨਬੀ ਨੇ ਕੀਤੀ। ਦੋ ਅਸੀਂ ਦੇਖ ਲਈਆਂ। ਤੀਸਰੀ ਭਵਿੱਖਬਾਣੀ ਨੂੰ ਅਸੀਂ ਦੇਖਦੇ ਹਾਂ ਜਿਹੜੀ ਯਸ਼ਾਇਆ ਨੇ ਕੀਤੀ ਸੀ ਯਿਸੂ ਮਸੀਹ ਦੇ ਆਉਣ ਦੇ ਬਾਰੇ। ਇਸ ਭਵਿੱਖਬਾਣੀ ਨੂੰ ਅਸੀਂ ਕਿਵੇਂ ਪੜ੍ਹਦੇ ਹਾਂ? ਯਸ਼ਾਇਆ ਨਬੀ ਦੀ ਕਿਤਾਬ 7 ਅਧਿਆਏ ਉਹਦੀ 14 ਆਇਤ। ਜਿਵੇਂ ਅਸੀਂ ਦੇਖਿਆ ਜਿਹੜੀ ਭਵਿੱਖਬਾਣੀ ਮੀਕਾ ਨੇ ਕੀਤੀ, ਮੀਕਾ ਨੇ ਭਵਿੱਖਬਾਣੀ ਯਿਸੂ ਮਸੀਹ ਦੇ ਆਉਣ ਤੋਂ ਤਕਰੀਬਨ 740
ਸਾਲ ਪਹਿਲਾਂ, 740 ਕੁ ਸਾਲ ਪਹਿਲਾਂ। ਔਰ ਯਸ਼ਾਇਆ ਜਿਹੜੀ ਭਵਿੱਖਬਾਣੀ ਕਰ ਰਿਹਾ ਹੈ ਉਹ ਤਕਰੀਬਨ 700 ਸਾਲ ਪਹਿਲਾਂ, ਯਿਸੂ ਮਸੀਹ ਦੇ ਆਉਣ ਤੋਂ 700 ਸਾਲ ਪਹਿਲਾਂ, ਹੁਣ ਤੋਂ 2700 ਸਾਲ ਪਹਿਲਾਂ। ਕੀ ਹੈ ਭਵਿੱਖਬਾਣੀ 7:14 ਵਿੱਚ? ਇਸ ਕਾਰਨ ਪ੍ਰਭੂ ਆਪ ਤੁਮਕੋ ਇੱਕ ਚਿੰਨ੍ਹ ਦੇਗਾ, ਇੱਕ ਨਿਸ਼ਾਨੀ ਦੇਊਗਾ। ਉਹ ਮਸੀਹਾ ਜਿਹਨੇ ਆਉਣਾ ਹੈ, ਜਿਹਦੇ ਬਾਰੇ ਪਰਮੇਸ਼ਰ ਨੇ ਬਾਗੇ ਅਦਨ ਦੇ ਵਿੱਚ ਆਖਿਆ ਸੀ ਨਾ, ਉਹਦੀ ਪੱਕੀ ਪੱਕੀ ਇੱਕ ਨਿਸ਼ਾਨੀ ਮਿਲੂਗੀ। ਇਹ ਐਵੇਂ ਥੋੜੀ ਹੈ ਜਿੱਦਾਂ ਲੋਕੀ ਐਵੇਂ ਹੀ ਹਵਾ 'ਚ ਗੱਲਾਂ ਕਰਦੇ, ਇਦਾਂ ਨਹੀਂ। ਗੱਲ ਕਰਨੀ ਹੈ ਫਿਰ ਤਰਕ ਦੇ ਨਾਲ, ਵਿਚਾਰਾਂ ਦੇ ਨਾਲ, ਪ੍ਰੇਮ ਦੇ ਨਾਲ, ਮੁਹੱਬਤ ਦੇ ਨਾਲ ਬੈਠ ਕੇ ਕਰੀਏ। ਫਿਰ ਗਿਆਨ ਗੋਸ਼ਟੀ ਕਰਨ ਦਾ ਤਾਂ ਫਿਰ ਇਦਾਂ ਹੀ ਮਜ਼ਾ ਆਉਂਦਾ। ਇਹ ਥੋੜੀ ਹੈ ਵੀ ਐਵੇਂ ਕਹਦੇ ਕਿੱਦਾਂ ਹੋ ਸਕਦਾ, ਇੱਕ ਕੁਆਰੀ ਗਰਭਵਤੀ ਕਿੱਦਾਂ ਹੋ ਸਕਦੀ। ਦੱਸਾਂਗੇ ਅਸੀਂ ਦੱਸਾਂਗੇ ਕਿੱਦਾਂ ਪੈਦਾ ਹੋ ਸਕਦਾ ਬੱਚਾ ਇੱਕ ਕੁਆਰੀ ਤੋਂ। ਅਸੀਂ ਦੱਸਾਂਗੇ। ਕੁਆਰੀ ਨੂੰ ਪਰਮੇਸ਼ਰ ਚੁਣੇਗਾ ਔਰ ਪਰਮੇਸ਼ਰ ਦੇ ਲਈ ਕੋਈ ਕੰਮ ਨਾਮੁਮਕਿਨ ਨਹੀਂ ਹੈ। ਇਸ ਕਾਰਨ ਪ੍ਰਭੂ ਆਪ ਤੁਮਕੋ ਇੱਕ ਚਿੰਨ੍ਹ, ਇੱਕ ਨਿਸ਼ਾਨ ਦੋ। ਇਹ ਨਿਸ਼ਾਨ ਕੋਈ ਇਨਸਾਨ ਨਹੀਂ ਦੇ ਰਿਹਾ। ਕੌਣ ਦੇਊਗਾ? ਪਰਮੇਸ਼ਰ ਆਪ ਹੀ ਦੇਊਗਾ। ਪਰਮੇਸ਼ਰ ਆਪ ਇਹ ਨਿਸ਼ਾਨ ਕਿਉਂ ਦੇਊਗਾ? ਕਿਉਂਕਿ ਪਰਮੇਸ਼ਰ ਨੇ ਆਪ ਬਾਗੇ ਅਦਨ ਦੇ ਵਿੱਚ ਕਿਹਾ ਆ ਇਸਤਰੀ ਦੀ ਸੰਤਾਨ ਆਵੇਗੀ। ਤੇ ਉਹ ਕਹਿ ਕੇ ਬਦਲਦਾ ਨਹੀਂ, ਉਹ ਕਹਿ ਕੇ ਮੁੱਕਰਦਾ ਨਹੀਂ। ਜਿਹਨੇ ਕਿਹਾ ਆ ਉਹ ਆਪਣੀ ਗੱਲ ਦੇ ਲਈ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ, ਤਾਂ ਕਿ ਉਸ ਨਿਸ਼ਾਨ ਤੋਂ ਤੁਹਾਨੂੰ ਪਤਾ ਲੱਗੇ ਬਾਗੇ ਅਦਨ 'ਚ ਜੋ ਕੁਝ ਪਰਮੇਸ਼ਵਰ ਨੇ ਆਪ ਆਪਣੇ ਮੁਖ ਤੋਂ ਕਿਹਾ ਸੀ, ਆਹ ਦੇਖੋ ਪੂਰਾ ਹੋ ਰਿਹਾ ਜੀ। ਤੇ ਕੀ ਆ? सुनो, एक कुंवारी गर्भवती होगी और पुत्र को जनेगी और उसका नाम इमानुएल रखेगी। ਸੋ ਪਿੱਛੇ ਅਸੀਂ ਪੜ੍ਹਿਆ, ਬਾਰ-ਬਾਰ ਮੈਂ ਰਿਪੀਟ ਤਾਂ ਕਰਕੇ ਕਰਦਾ, ਤੁਹਾਡੇ ਪੂਰਾ ਦਿਮਾਗ ਦੇ ਵਿੱਚ ਫਿੱਟ ਪੈ ਜਾਓ, ਤਾਂ ਕਿ ਤੁਹਾਨੂੰ ਅੱਗਿਓਂ ਅਗਰ ਕਦੀ ਕਿਸੇ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇ ਤੇ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪਵੇ। ਇਸ ਲਈ ਮੈਂ ਇੱਕ ਇੱਕ ਗੱਲ ਨੂੰ 10-10, 20-20 ਵਾਰੀ ਕਹਿਣ ਤੋਂ ਵੀ ਕਦੇ ਝਿਜਕਦਾ ਨਹੀਂ ਹੈ, ਕਿਉਂਕਿ ਜਦੋਂ ਪਰਮੇਸ਼ਵਰ ਨੇ ਸਿਖਾਉਣ ਦਾ ਰੂਹ ਦਿੱਤਾ, ਸਿੱਖਣ ਵਾਲਾ ਰੂਹ ਦਿੱਤਾ, ਤੇ ਫਿਰ ਸਿੱਖੀਏ ਤੇ ਸਿਖਾਈਏ, ਤੇ ਉਹਦੇ ਵਿੱਚ ਕਦੀ ਫਿਰ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ ਕਿ ਐਵੇਂ ਗੱਲ ਨੂੰ ਦੜਾ ਕੇ ਦੱਸੀਏ ਜਾਂ ਟਾਈਮ ਪਾਸ ਕਰਨ ਦੇ ਲਈ ਦੱਸੀਏ। ਨਹੀਂ, ਪੂਰੀ ਫਿੱਟ ਬਹਿ ਜਾਣੀ ਚਾਹੀਦੀ। ਪਿੱਛੇ ਚੱਲਦੇ ਫਿਰ ਦੁਬਾਰਾ। ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਕਿਹਾ ਇੱਕ ਨਿਸ਼ਾਨੀ ਕੀ ਆ? ਜਿਹੜਾ ਮਸੀਹਾ ਆਏਗਾ ਉਹ ਕੀ ਕਹਾਵੇਗਾ? ਇਸਤਰੀ ਦੀ ਸੰਤਾਨ। ਫਿਰ ਅਸੀਂ ਦੇਖਿਆ ਮੀਕਾ ਨੇ ਉਹਦੀ ਨਿਸ਼ਾਨੀ ਦਿੱਤੀ। ਉਹ ਜਿਹਦੇ ਬਾਰੇ ਬਾਗੇ ਅਦਨ 'ਚ ਪਰਮੇਸ਼ਵਰ ਨੇ ਕਿਹਾ ਉਹ ਹਾਕਮ ਬਣ ਕੇ ਆਊਗਾ, ਨੰਬਰ 1। ਨੰਬਰ 2, ਉਹ ਬੈਤਲਹਮ ਦੇ ਵਿੱਚ ਪੈਦਾ ਹੋਊਗਾ। ਅੱਗੇ ਵਧਦੇ ਆ। ਹੁਣ ਪਰਮੇਸ਼ਵਰ ਕਹਿੰਦਾ ਵੀ ਦਾ ਵਚਨ ਕਹਿੰਦਾ, ਪਰਮੇਸ਼ਵਰ ਹੀ ਕਹਿ ਰਿਹਾ ਨਾ, ਆਤਮਾ ਦੇ ਦੁਆਰਾ ਉਹ ਭਵਿੱਖਬਾਣੀ ਕਰ ਰਹੇ ਆ ਉਹਦੇ ਨਬੀ। ਤੇ ਕਹਿ ਕੌਣ ਰਿਹਾ? ਪਰਮੇਸ਼ਵਰ ਆਪ ਹੀ ਦੱਸ ਰਿਹਾ ਹੈ। ਕੀ ਦੱਸ ਰਿਹਾ? ਹੁਣ ਨਬੀਆਂ ਦੇ ਦੁਆਰਾ ਦੱਸ ਰਿਹਾ। ਪਹਿਲਾਂ ਆਪ ਬਾਗੇ ਅਦਨ 'ਚ ਆਪ ਆਪਣੀ ਆਵਾਜ਼ ਦੇ ਨਾਲ ਦੱਸਿਆ, ਐਲਾਨ ਕੀਤਾ, ਤੇ ਹੁਣ ਆਪਣੀ ਆਵਾਜ਼ ਨੂੰ ਨਬੀਆਂ 'ਚ ਪਾ ਕੇ ਤੇ ਨਬੀਆਂ ਦੇ ਦੁਆਰਾ ਆਪਣੀ ਗੱਲ ਨੂੰ ਪੂਰਾ ਕਰ ਰਿਹਾ। ਤੇ ਕੀ ਕਹਿ ਰਿਹਾ ਆ? ਇਸ ਕਾਰਨ ਪ੍ਰਭੂ ਆਪ ਤੁਮਕੋ ਇੱਕ ਚਿੰਨ੍ਹ ਦੇਗਾ। ਉਹ ਚਿੰਨ੍ਹ ਕੀ ਹੋਗਾ? ਸੁਣੋ, ਇੱਕ ਕੁਆਰੀ ਗਰਭਵਤੀ ਹੋਗੀ। ਹੁਣ ਗੱਲ ਆ ਗਈ ਕੁਆਰੀ ਦੀ, ਗਰਭਵਤੀ ਹੋਵੇਗੀ। ਹੁਣ ਇੱਥੇ ਅਸੀਂ ਦੇਖਦੇ ਹਾਂ ਇਹ ਵੀ ਇੱਕ ਚਿੰਨ੍ਹ ਹੈ ਕਿ ਉਹ ਕੁਆਰੀ ਹੋਗੀ, ਜਿਹੜੀ ਗਰਭਵਤੀ ਹੋਗੀ। ਇਸਤਰੀ ਸੰਤਾਨ ਜਿਹੜੀ ਆਊਗੀ ਉਹਦੀ ਸਭ ਤੋਂ ਖਾਸ ਨਿਸ਼ਾਨੀ ਕੀ ਹੋਗੀ? ਉਹ ਕੁਆਰੀ ਹੋਗੀ। ਉਹ ਜਿਹੜਾ ਜਨਮੇਗਾ ਉਹ ਕਿਸੇ ਇਸਤਰੀ ਤੇ ਪੁਰਸ਼ ਤੋਂ ਨਹੀਂ ਹੋਵੇਗਾ, ਖਾਲੀ ਇਸਤਰੀ ਤੋਂ। ਔਰਤ ਦੇ ਮਰਦ ਦੇ ਮੇਲ ਤੋਂ ਨਹੀਂ, ਬਲਕਿ ਕਿਤੋਂ? ਖਾਲੀ ਔਰਤ ਤੋਂ, ਇਸਤਰੀ ਤੋਂ। ਔਰ ਉਹ ਵੀ ਇਸਤਰੀ ਕਿਹੜੀ? ਕੁਆਰੀ। ਤੇ ਪਰਮੇਸ਼ਵਰ ਆਪਣੀ ਮਹਾਨ ਕੁਦਰਤ ਦੇ ਨਾਲ ਉਸ ਕੁਆਰੀ ਦੀ ਕੁੱਖ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਆਵੇਗਾ। ਤੇ ਜਿਹੜਾ ਉਸ ਮਹਾਨ ਸਰਵਸ਼ਕਤੀਮਾਨ ਦੇ ਉੱਤੇ ਉਂਗਲੀ ਕਰੇ, ਫਿਰ ਹਾਏ ਆ ਉਹਦੇ ਉੱਤੇ। ਜਿਹੜਾ ਇਹ ਕਵੇ ਕਿ ਹੋ ਨਹੀਂ ਸਕਦਾ, ਉਹਦੇ ਉੱਤੇ ਤੇ ਫਿਰ ਹਾਏ ਕਹਿ ਸਕਦੇ। ਇਸ ਤੋਂ ਅੱਗੇ ਕੁਝ ਸ਼ਬਦ ਹੈਗਾ ਨਹੀਂ ਹੈ, ਤੇ ਨਾ ਬਾਈਬਲ ਸਾਨੂੰ ਇਹ ਇਜਾਜ਼ਤ ਦਿੰਦੀ ਵੀ ਇਸ ਤੋਂ ਅੱਗੇ ਕਿਸੇ ਨੂੰ ਕੁਝ ਇਦਾਂ ਦਾ ਕੁਝ ਕਹਿ ਦਈਏ। ਸੋ ਇਹ ਜਿਹੜਾ ਪਹਿਲਾ ਚਿੰਨ੍ਹ ਕੀ ਇਸ ਆਇਤ ਦੇ ਵਿੱਚ ਪੜ੍ਹਦੇ ਆ ਕਿ ਨਿਸ਼ਾਨ ਦੇਵੇਗਾ। ਨਿਸ਼ਾਨ ਕੀ ਹੋਵੇਗਾ? ਕੁਆਰੀ ਹੋਗੀ। ਦੂਸਰਾ ਨਿਸ਼ਾਨ ਹੋਵੇਗਾ ਪੁੱਤਰ ਨੂੰ ਜਨਮ ਦੇਊਗੀ। ਤੀਸਰਾ ਨਿਸ਼ਾਨ ਕੀ ਹੋਵੇਗਾ? ਉਹ ਉਹਦਾ ਨਾਮ ਇਮਾਨੂਅਲ ਰੱਖੇਗੀ। ਇਹ ਨਿਸ਼ਾਨੀ ਹੋਵੇਗੀ। ਇਮਾਨੂਅਲ ਨਾਮ ਰੱਖਣ ਦਾ ਮਤਲਬ ਕੀ ਹੈ? ਕਿਉਂਕਿ ਜਿਹਨੂੰ ਦੱਸਿਆ ਜਾਊਗਾ ਨਾ, ਉਹਨੂੰ ਇਹ ਵੀ ਦੱਸਿਆ ਜਾਣਾ ਤੇਰੀ ਕੁੱਖ ਦੇ ਵਿੱਚ ਆਉਣ ਵਾਲਾ ਕੌਣ ਹੈ।
ਉਹ ਮਨੁੱਖ ਦੇ ਰੂਪ 'ਚ ਜਦੋਂ ਪੈਦਾ ਹੁੰਦਾ ਨਾ, ਜਨਮ ਲੈਂਦਾ ਉਦੋਂ ਤੇ ਉਹ ਸਾਰੀ ਦੁਨੀਆ ਦੇ ਨਾਲ ਹੀ ਹੈ। ਫਿਰ ਇਮਾਨੁਏਲ ਦਾ ਅਰਥ ਕਿ ਪਰਮੇਸ਼ਵਰ ਸਾਡੇ ਸੰਗ। ਲੇਕਿਨ ਮਰੀਮ ਦੇ ਸੰਗ ਤੇ ਉਹ ਉਦੋਂ ਹੀ ਹੋ ਗਿਆ ਜਦੋਂ ਫਰਿਸ਼ਤੇ ਨੇ ਆ ਕੇ ਐਲਾਨ ਕਰ ਦਿੱਤਾ, ਤੂੰ ਪਾਕ ਰੂ ਤੋਂ ਗਰਭਵਤੀ ਪਾਈ ਜਾਵੇਂਗੀ। ਤੇ 9 ਮਹੀਨੇ ਉਹਦੀ ਕੁੱਖ ਦੇ ਵਿੱਚ ਉਹਦੇ ਸੰਗ ਆ। ਤੇ ਮਰੀਮ ਇਸ ਖੁਸ਼ੀ ਦੇ ਵਿੱਚ ਉਸ ਬੱਚੇ ਨੂੰ ਕੀ ਕਹਿ ਕੇ ਬੁਲਾਉਂਦੀ ਹੈ? ਇਮਾਨੁਏਲ। ਜਦੋਂ ਗੋਦ 'ਚ ਫੜਿਆ ਹੋਣਾ, ਏਦਾਂ ਵੇਖਦੀ ਹੋਣੀ। ਤੇ ਦੁਨੀਆ ਦੇ ਲਈ ਕੀ ਹੈ ਭਲਾ? ਦੁਨੀਆ ਦੇ ਲਈ ਕੋਈ ਬਾਲਕ ਪੈਦਾ ਹੋਇਆ। ਦੁਨੀਆ ਲਈ ਕੀ ਹੈ ਭਲਾ? ਬਾਲਕ ਪੈਦਾ ਹੋਇਆ। ਲੇਕਿਨ ਮਰੀਮ ਜਦੋਂ ਆਪਣੀ ਗੋਦ ਦੇ ਵਿੱਚ ਉਹਨੂੰ ਵੇਖ ਰਹੀ ਨਾ, ਮਰੀਮ ਨੂੰ ਪਤਾ ਆ ਦੁਨੀਆ ਜਿਹਨੂੰ ਬਾਲਕ ਸਮਝਦੀ, ਮੈਂ ਕੈਸੀ ਮੁਬਾਰਕ ਹਾਂ। ਦੁਨੀਆ ਜਿਸ ਪਰਮੇਸ਼ਵਰ ਦੇ ਕੋਲ ਜਾਣ ਨੂੰ ਤਰਸਦੀ ਹੈ, ਦੁਨੀਆ ਜਿਸ ਪਰਮੇਸ਼ਵਰ ਨੂੰ ਦੇਖਣ ਨੂੰ ਤਰਸਦੀ ਹੈ, ਉਹ ਪਰਮੇਸ਼ਵਰ ਅੱਜ ਮਨੁੱਖ ਦੇ ਰੂਪ 'ਚ ਆ ਕੇ ਇੱਕ ਬਾਲਕ ਬਣ ਕੇ ਆਪਣੇ ਆਪ ਨੂੰ ਸ਼ੂਨਯ ਕਰਕੇ ਪਹਿਲੋਂ ਤਾਂ ਮੇਰੀ ਕੋਖ ਦੇ ਵਿੱਚ ਰਿਹਾ ਤੇ ਅੱਜ ਇੱਕ ਬਾਲਕ ਦੇ ਰੂਪ ਦੇ ਵਿੱਚ ਮੇਰੀ ਗੋਦੀ ਦੇ ਵਿੱਚ ਹੈ। ਹੋਰ ਕੋਈ ਨਹੀਂ ਜਾਣਦਾ, ਮਰੀਮ ਤੇ ਯੂਸਫ ਜਾਣਦੇ ਆ ਇਹ ਕੌਣ ਹੈ। ਇਹ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਇਸ ਲਈ ਕੀ ਕਹਿੰਦੀ ਹੈ? ਇਮਾਨੁਏਲ, ਪਰਮੇਸ਼ਵਰ ਸਾਡੇ ਸੰਗ। ਇਸ ਲਈ ਕਿਹਾ ਜਾਂਦਾ ਮਰੀਮ ਨੂੰ ਧੰਨ ਆ ਔਰਤਾਂ ਦੇ ਵਿੱਚ, ਜਿਹਨੂੰ ਇਹ ਉਹਦਾ ਸੁਭਾਗਿਆ ਕਵਾਂਗੇ ਜਾਂ ਪਰਮੇਸ਼ਵਰ ਦਾ ਵੱਡਾ ਅਨੁਗ੍ਰਹਿ ਕਵਾਂਗੇ ਕਿ ਪੂਰੀ ਦੁਨੀਆ ਦੇ ਵਿੱਚ ਉਸ ਔਰਤ ਨੂੰ ਪਰਮੇਸ਼ਵਰ ਨੇ ਆਪਣੇ ਮੁਕਤੀਦਾਤੇ ਨੂੰ ਲਿਆਉਣ ਦੇ ਲਈ ਚੁਣਿਆ। ਵੇਖਦੇ ਹਾਂ ਕਿ ਖੁਦ ਖੁਦਾ ਦੇ ਰੂਹ ਦੇ ਵਸੀਲੇ ਨਾਲ ਯਸ਼ਾਇਆ ਖੁਦਾ ਦੇ ਵੱਲੋਂ ਬਾਗੇ ਅਦਨ 'ਚ ਕੀਤੀ ਜਾ ਚੁੱਕੀ ਭਵਿੱਖਬਾਣੀ ਨੂੰ ਦੁਹਰਾਉਂਦਾ ਆ। ਜਿਹੜਾ ਪਰਮੇਸ਼ਵਰ ਨੇ ਕਿਹਾ ਸੀ ਉਹਨੂੰ ਇਸ 7:14 ਦੇ ਵਿੱਚ ਯਸ਼ਾਇਆ ਫਿਰ ਕੀ ਕਰਦਾ ਹੈ ਭਲਾ? ਦੁਹਰਾਉਂਦਾ ਆ। ਯਸ਼ਾਇਆ ਦੱਸਣਾ ਚਾਹੁੰਦਾ ਕਿ ਖੁਦਾ ਨੇ ਜਿਸ ਔਰਤ ਦੀ ਸੰਤਾਨ ਦਾ ਜ਼ਿਕਰ ਕੀਤਾ ਸੀ, ਉਹ ਔਰਤ ਕਿਹੋ ਜਿਹੀ ਹੋਵੇਗੀ ਅਤੇ ਮਸੀਹ ਦਾ ਜਨਮ ਕਿਵੇਂ ਹੋਵੇਗਾ, ਇਸ ਆਇਤ ਦੇ ਦੁਆਰਾ ਉਹ ਸਾਨੂੰ ਸਮਝਾਉਂਦਾ ਹੈ। ਯਸ਼ਾਇਆ ਨਬੀ ਦੱਸ ਰਿਹਾ ਕਿ ਮਸੀਹ ਇੱਕ ਕੁਆਰੀ ਔਰਤ ਤੋਂ ਪੈਦਾ ਹੋਵੇਗਾ। ਗੱਲ ਪਰਮੇਸ਼ਵਰ ਦੀ ਨੂੰ ਹੀ ਉਹ ਦੁਹਰਾ ਰਿਹਾ ਹੈ। ਯਸ਼ਾਇਆ ਨਬੀ ਆਉਣ ਵਾਲੇ ਮਸੀਹ ਦੀ ਨਿਸ਼ਾਨੀ ਦੱਸ ਰਿਹਾ ਕਿ ਪਰਮੇਸ਼ਵਰ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਆਪ ਜਿਹਨੇ ਕਿਹਾ ਸੀ ਨਾ ਬਾਗੇ ਦੇ ਵਿੱਚ, ਉਹ ਆਪ ਹੀ ਹੁਣ ਤੁਹਾਨੂੰ ਕੀ ਦੇਵੇਗਾ? ਇੱਕ ਨਿਸ਼ਾਨ ਦੇਵੇਗਾ। ਯਸ਼ਾਇਆ ਨਬੀ ਦੱਸ ਰਿਹਾ ਕਿ ਮਸੀਹ ਇੱਕ ਕੁਆਰੀ ਔਰਤ ਤੋਂ ਪੈਦਾ ਹੋਵੇਗਾ। ਯਸ਼ਾਇਆ ਇਹ ਨਿਸ਼ਾਨੀ ਇਸ ਲਈ ਦੱਸ ਰਿਹਾ ਤਾਂ ਕਿ ਮਸੀਹ ਦੇ ਆਉਣ ਦੇ ਵਿਖੇ ਕਿਸੇ ਦੇ ਮਨ ਦੇ ਵਿੱਚ ਕੋਈ ਭਰਮ ਨਾ ਰਹਿ ਜਾਵੇ, ਕਿਸੇ ਦੇ ਵੀ ਮਨ ਦੇ ਵਿੱਚ ਕੋਈ ਭਰਮ ਨਾ ਰਹਿ ਜਾਵੇ। ਇਸ ਲਈ ਉਹ ਇਹਨੂੰ ਇੱਕ ਨਿਸ਼ਾਨੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖ ਰਿਹਾ। ਮਸੀਹ ਦੀ ਨਿਸ਼ਾਨੀ ਦਿੰਦੇ ਵਕਤ ਯਸ਼ਾਇਆ ਦੱਸ ਰਿਹਾ ਕਿ ਉਹ ਕੁਆਰੀ ਜਿਹੜੀ ਮਸੀਹ ਨੂੰ ਜਨਮ ਦੇਵੇਗੀ, ਉਹਦਾ ਨਾਮ ਇਮਾਨੁਏਲ ਰੱਖੇਗੀ। ਸੋ ਇਹ ਵੀ ਨਿਸ਼ਾਨੀ ਹੈ ਕਿ ਉਹਦਾ ਨਾਮ ਇਮਾਨ ਰੱਖੇ, ਕਿਉਂਕਿ ਹੋ ਸਕਦਾ ਕੋਈ ਭਰਮ ਹੈ ਨਾ, ਕਿਉਂਕਿ ਸ਼ੈਤਾਨ ਨੂੰ ਸਭ ਕੁਝ ਕਰ ਸਕਦਾ ਆ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ। ਇਸ ਕਰਕੇ ਕੋਈ ਹੋਰ ਵੀ ਕੁਆਰੀ ਗਰਭਵਤੀ ਹੋ ਸਕਦੀ ਹੈ, ਕੋਈ ਹੋਰ ਕੁਆਰੀ ਕਿਸੇ ਬੱਚੇ ਨੂੰ ਜਨਮ ਦੇ ਸਕਦੀ ਆ। ਲੇਕਿਨ ਉਹ ਕੁਆਰੀ ਜਿਹਦੇ ਵਿਖੇ ਪਰਮੇਸ਼ਵਰ ਨੇ ਪਰਨ ਲਿਆ ਆ, ਉਹ ਜਿਸ ਬੱਚੇ ਨੂੰ ਜਨਮ ਦੇਊਗੀ, ਉਹਦੀ ਨਿਸ਼ਾਨੀ ਇਹ ਹੋਵੇਗੀ ਕਿ ਉਹ ਜਿਹੜਾ ਬੱਚਾ ਪੈਦਾ ਹੋਵੇਗਾ, ਉਹ ਕੁਆਰੀ ਔਰਤ ਤੋਂ ਜਿਹੜਾ ਬੱਚਾ ਪੈਦਾ ਹੋਵੇਗਾ, ਉਹ ਕੁਆਰੀ ਔਰਤ ਜਿਸ ਬੱਚੇ ਨੂੰ ਜਨਮ ਦੇਵੇਗੀ, ਉਹ ਕੁਆਰੀ ਔਰਤ ਉਸ ਬੱਚੇ ਦਾ ਨਾਮ ਇਮਾਨੁਏਲ ਰੱਖੇਗੀ। ਇਹ ਨਿਸ਼ਾਨੀ ਪਰਮੇਸ਼ਵਰ ਤੁਹਾਨੂੰ ਆਪ ਕੀ ਦੇਵੇਗਾ? ਇੱਕ ਨਿਸ਼ਾਨ ਦੇਵੇ, ਕਿਉਂਕਿ ਕੁਆਰੀ ਤਾਂ ਕੋਈ ਹੋਰ ਵੀ ਹੋ ਸਕਦੀ ਜਿਹੜੀ ਕਿਸੇ ਬੱਚੇ ਨੂੰ ਜਨਮ ਦੇ ਸਕਦੀ ਹੈ, ਪਰ ਜਿਹੜੀ ਕੁਆਰੀ ਮਸੀਹ ਨੂੰ ਜਨਮ ਦੇਵੇਗੀ, ਉਹ ਕੁਆਰੀ ਉਹਦਾ ਨਾਮ ਇਮਾਨੁਏਲ ਰੱਖੇਗੀ। ਇਹ ਨਿਸ਼ਾਨੀ ਹੋਵੇਗੀ। ਸੋ ਲੂਕਾ ਦੀ ਅੰਜੀਲ 1 ਅਧਿਆਇ ਉਹਦੀ 26 ਆਇਤ ਵਿੱਚ ਪੜ੍ਹਦੇ ਹਾਂ
छठवें महीने में परमेश्वर की ओर से जिब्राइल स्वर्गदूत गलील के नासरत नगर में एक कुआरी के पास भेजा गया, जिसकी मंगनी यूसुफ नाम दौद के घराने के एक पुरुष से हुई थी। उस कुआरी का नाम मरियम था, ਜਿਹਦੇ ਬਾਰੇ ਜਿਸ ਕੁਆਰੀ ਦੀ ਗੱਲ ਯਸ਼ਾਇਆ ਨੇ ਯਿਸੂ ਮਸੀਹ ਦੇ ਮਰੀਅਮ ਦੀ ਕੁੱਖ ਦੇ ਵਿੱਚ ਆਉਣ ਤੋਂ 700 ਸਾਲ ਪਹਿਲਾਂ ਕੀਤੀ ਆ, ਉਸ ਭਵਿੱਖਬਾਣੀ ਨੂੰ ਅਸੀਂ ਲੂਕਾ ਦੇ ਵਿੱਚ ਪੂਰਿਆ ਹੁੰਦਾ ਕਿੰਜ ਦੇਖਦੇ ਹਾਂ। ਇਹ ਲਿਖਿਆ ਤੇ ਸਾਫ਼, ਉਸ ਕੁਆਰੀ ਦਾ ਨਾਮ ਕੀ ਸੀਗਾ? ਮਰੀਅਮ ਸੀ। ਸੋ ਇਹ ਕੁਆਰੀ ਸ਼ਬਦ ਜਿਹੜਾ ਇਹਦੇ ਲਈ ਆਉਂਦਾ ਨਾ, ਇਹ ਜਦੋਂ ਯੂਨਾਨੀ ਦੇ ਵਿੱਚ ਇਹਦੀ ਵਿਆਖਿਆ ਸਮਝਦੇ ਨਾ, ਯੂਨਾਨੀ ਭਾਸ਼ਾ ਦੇ ਵਿੱਚ, ਤੇ ਇਸ ਕੁਆਰੀ ਦਾ ਮਤਲਬ ਹੈਗਾ ਵੀ ਇੱਕ ਐਸੀ ਕੁਆਰੀ ਜਿਹੜੀ ਇੱਕ ਬੱਚੇ ਨੂੰ ਇਸ ਰੀਤੀ ਦੇ ਨਾਲ ਜਨਮ ਦੇਵੇਗੀ, ਜਿਸ ਰੀਤੀ ਦੇ ਨਾਲ ਨਾ ਉਸ ਤੋਂ ਪਹਿਲਾਂ ਕਦੇ ਕਿਸੇ ਕੁਆਰੀ ਨੇ ਕਿਸੇ ਨੂੰ ਜਨਮ ਦਿੱਤਾ ਤੇ ਨਾ ਉਸ ਤੋਂ ਬਾਅਦ ਕੋਈ ਕੁਆਰੀ ਉਸ ਤਰੀਕੇ ਦੇ ਨਾਲ, ਉਸ ਰੀਤੀ ਦੇ ਨਾਲ ਕਿਸੇ ਬੱਚੇ ਨੂੰ ਜਨਮ ਦੇ ਸਕੇਗੀ। ਇਸ ਲਈ ਇਹਦੇ ਲਈ ਉਹ ਕੁਆਰੀ ਸ਼ਬਦ ਜਿਹੜਾ ਉਹਦਾ ਮੀਨਿੰਗ ਹੀ ਬਦਲ ਜਾਂਦਾ ਹੈ ਟੋਟਲ, ਕਿਉਂਕਿ ਇਹ ਕਿਸੇ ਇਸਤਰੀ ਤੇ ਪੁਰਸ਼ ਤੋਂ ਨਹੀਂ, ਬਲਕਿ ਇਹ ਇੱਕ ਇਸਤਰੀ ਤੋਂ ਤੇ ਪਰਮੇਸ਼ਵਰ ਦੀ ਮਹਾਨ ਕੁਦਰਤ ਤੋਂ ਪੈਦਾ ਹੋਣਾ ਹੈ। ਇਹ ਹੈ ਨਿਸ਼ਾਨੀ ਇਸ ਕੁਆਰੀ ਦੀ ਕਿ ਇਹ ਇਸ ਤਰੀਕੇ ਦੇ ਨਾਲ ਇਸ ਬਾਲਕ ਨੂੰ ਜਨਮ ਦੇਵੇਗੀ। स्वर्गदूत ने उसके पास भीतर आकर कहा, आनंद और जय हो तेरी, आनंद और जय तेरी हो, जिस पर परमेश्वर का अनुग्रह हुआ है। मरीम ਦੀ ਜੈ ਕਾਹਦੇ ਲਈ ਹੈ ਭਲਾ? ਔਰਤਾਂ ਬਹੁਤ ਸੀ ਉਦੋਂ ਇਸਰਾਇਲ ਦੇ ਵਿੱਚ, ਲੇਕਿਨ ਇਹਦੀ ਜੈ ਕਿਉਂ ਹੈ? ਹਜ਼ਾਰਾਂ ਲੱਖਾਂ ਧਰਮੀ ਔਰਤਾਂ ਦੇ ਵਿੱਚੋਂ ਪਰਮੇਸ਼ਵਰ ਨੇ ਇੱਕ ਐਸੀ ਔਰਤ ਦੇ ਉੱਤੇ ਨਜ਼ਰ ਕੀਤੀ ਹੈ ਜਿਹੜੀ ਬਾਕੀ ਧਰਮੀਆਂ ਦੇ ਵਿੱਚੋਂ ਅਤ ਮਹਾਨ ਧਰਮੀ ਹੋ ਗਈ। ਤੇ ਕਾਹਦੇ ਲਈ? ਕਿਉਂਕਿ ਪਰਮੇਸ਼ਵਰ ਦਾ ਅਨੁਗ੍ਰਹਿ ਇਹਦੇ ਉੱਤੇ ਹੋ ਗਿਆ। ਸੋ ਕਈ ਵਿਚਾਰੇ ਗਿਆਨੀ ਉਹ ਇਸ ਚੀਜ਼ ਨੂੰ ਵਿੱਚੋਂ ਕੱਢ ਦਿੰਦੇ ਆ ਕਿ ਅਨੁਗ੍ਰਹਿ ਦੇ ਕਾਰਨ ਉਹ ਧਨ ਆ, ਬਲਕਿ ਉਹ ਐਸੀ ਧਨ ਉਹਨੂੰ ਬਣਾਉਣ ਦੇ ਚੱਕਰ 'ਚ ਪੈ ਜਾਂਦੇ ਆ ਕਿ ਪ੍ਰਭੂ ਯਿਸੂ ਮਸੀਹ ਦਾ ਕੱਦ ਹੀ ਕਈ ਵਾਰੀ ਉਹਦੇ ਸਾਹਮਣੇ ਛੋਟਾ ਕਰਨ ਦੇ ਚੱਕਰ 'ਚ ਬਣ ਜਾਂਦੇ ਆ, ਜਿਹੜੇ ਪਾਪ ਆ। ਸੋ ਜਿਹਨੂੰ ਵਚਨ ਜਿੰਨੀ ਅਹਿਮੀਅਤ ਦਿੰਦਾ ਆ, ਉਹ ਤੋਂ ਨਾ ਘੱਟ ਤੇ ਨਾ ਉਸ ਤੋਂ ਜ਼ਿਆਦਾ। ਜੇ ਘਟਾਵਾਂਗੇ ਤਾਂ ਵੀ ਦੋਸ਼ੀ ਠਹਿਰਾਂਗੇ, ਤੇ ਜੇ ਵਧਾਵਾਂਗੇ ਤੇ ਤਾਂ ਵੀ ਦੋਸ਼ੀ ਠਹਿਰਾਂਗੇ। ਇਸ ਲਈ ਵਚਨ 'ਚ ਲਿਖਿਆ, ਲਿਖੇ ਹੋਏ ਸੇ आगे आगे नहीं जाना, प्रभु तेरे साथ है। वह उस वचन से बहुत घबरा गई, सोचने लगी कि ये किस प्रकार का अभिवादन है। स्वर्गदूत ने उसे कहा, हे मरियम, भयभीत न हो, क्योंकि परमेश्वर का अनुग्रह तुझ पर हुआ है। देख, तू गर्भवती होगी और तेरे एक पुत्र पैदा होगा, तू उसका नाम यीशु रखना, नाम यीशु रखना। वह महान होगा और परम प्रधान का पुत्र कहलाएगा। प्रभु परमेश्वर उसके पिता दौद का सिंहासन उसको देगा। ਅੱਗੇ ਜਾ ਕੇ ਦੇਖਾਂਗੇ ਦੌਦ ਦਾ ਵੀ ਬਾਰ-ਬਾਰ ਜਿਹੜਾ ਜ਼ਿਕਰ ਆ ਰਿਹਾ ਨਾ, ਇਹ ਵੀ ਭਿਸ਼ਵਾਣੀਆਂ ਦਾ ਹੀ ਇੱਕ ਹਿੱਸਾ ਹੈ। ਔਰ ਹੁਣ ਆ ਗਈ ਗੱਲ ਜਿਹੜੀ ਅਸੀਂ ਸ਼ੁਰੂ 'ਚ ਕੀਤੀ ਸੀ ਕਿ ਕੁਝ ਲੋਕ ਇਹ ਕਹਿੰਦੇ ਆ ਕਿ ਉਹ ਤੇ ਪੁੱਤਰ ਆ ਤੇ ਤੁਸੀਂ ਤੇ ਪੁੱਤਰ ਨੂੰ ਮੰਨਦੇ ਹੋ, ਅਸੀਂ ਤੇ ਡਾਇਰੈਕਟ ਹੀ ਪਿਤਾ ਨੂੰ ਮੰਨਦੇ ਆ। ਅਸੀਂ ਤੁਹਾਡੇ, ਤੁਸੀਂ ਜਿਸ ਪੁੱਤਰ ਨੂੰ ਮੰਨਦੇ ਹੋ ਨਾ, ਅਸੀਂ ਉਸ ਪੁੱਤਰ ਦੇ ਪਿਤਾ ਨੂੰ ਮੰਨਦੇ ਹਾਂ। ਸੋ ਕਈ ਵਾਰੀ ਦੂਸਰੇ ਨੂੰ ਨੀਚਾ ਦਿਖਾਉਣ ਦੇ ਲਈ ਲੋਕ ਇਦਾਂ ਦੀਆਂ ਗਿਆਨ ਭਰੀਆਂ ਗੱਲਾਂ ਕਰਦੇ ਆ, ਲੇਕਿਨ ਹੁਣ ਅਸੀਂ ਦੱਸਾਂਗੇ ਪੁੱਤਰ ਹੈ ਕੌਣ ਹੈ। ਤੇ ਪੁੱਤਰ ਸ਼ਬਦ ਉਹਦੇ ਲਈ ਆਇਆ ਗੱਲ ਇਹ ਆ, ਅਸਲ ਦੇ ਵਿੱਚ ਉਹ ਸਾਰਿਆਂ ਦੇ ਪਿਓ ਆ। ਕੀ ਹੈ ਭਲਾ? ਉਹ ਸਾਰਿਆਂ ਦਾ ਹੀ ਪਿਓ ਹੈ। ਇੱਥੇ ਲਿਖਿਆ, ਵੈ ਮਹਾਨ ਹੋਗਾ। ਕੀ ਹੋਗਾ? ਉਹ ਮਹਾਨ ਹੋਊਗਾ। ਕੌਣ ਭਲਾ? ਉਹ ਜਿਹੜਾ ਬਾਲਕ ਉਹਦੀ ਕੁੱਖ ਦੇ ਵਿੱਚ ਆਵੇਗਾ, ਜਿਸ ਬਾਲਕ ਨੂੰ ਜਨਮ ਦੇਊਗੀ, ਉਹ ਕੌਣ ਹੋਊਗਾ? ਮਹਾਨ। ਤੇ ਪਰਮੇਸ਼ਵਰ ਦੇ ਸਾਹਮਣੇ ਕੋਈ ਮਹਾਨ ਨਹੀਂ ਹੁੰਦਾ, ਪਰਮੇਸ਼ਵਰ ਦੇ ਸਾਹਮਣੇ ਪਰਮੇਸ਼ਵਰ ਹੀ ਮਹਾਨ ਹੈ। ਤੇ ਕੀ ਹੈ ਭਲਾ? ਉਹ ਮਹਾਨ ਹੋਊਗਾ, ਪਰਮ ਪ੍ਰਧਾਨ ਕਾ ਪੁੱਤਰ ਕਹਿਲਾਏਗਾ। ਆ ਆ ਵਿੱਚੋਂ ਜਿਹੜੀ ਗੱਲ ਸਮਝਣ ਵਾਲੀ ਹੈ। ਸਮਝਣ ਵਾਲੀ ਗੱਲ ਕੀ ਹੈ ਭਲਾ? ਇਹ ਜਿਹੜਾ ਬਾਲਕ ਹੋਣਾ, ਇਹ ਕਹਿਲਾਏਗਾ ਕੀ ਭਲਾ? ਪਰਮੇਸ਼ਵਰ ਦਾ ਪੁੱਤਰ ਕਹਿਲਾਏਗਾ। ਯਾਨੀ ਕਿ ਇਹਨੂੰ ਇੱਕ ਪਹਿਚਾਣ ਦਿੱਤੀ ਜਾਵੇਗੀ। ਕੀ ਪਹਿਚਾਣ ਹੋਵੇਗੀ ਇਹਦੀ ਜਿਹੜੀ ਇਹਨੂੰ ਦਿੱਤੀ ਜਾਵੇਗੀ? ਉਹ ਪਰਮੇਸ਼ਵਰ ਦਾ ਪੁੱਤਰ ਕਹਿਲਾਵੇਗਾ। ਇਹ ਹੀ ਅਪੇਤ ਹੈ। ਉਹ ਆਪ ਸਰਵ ਸ਼ਕਤੀਮਾਨ ਹੈ। ਹੈਗਾ ਕੌਣ ਹੈ ਭਲਾ? ਉਹ ਹੈਗਾ ਉਹ ਆਪ ਸਰਵ ਸ਼ਕਤੀਮਾਨ ਆ।
ਉਹ ਆਪ ਹੀ ਪਿਤਾ ਆ, ਲੇਕਿਨ ਉਹ ਜਿਹੜਾ ਦੇਹ ਤਿਆਰ ਕੀਤੀ ਹੈ ਉਹਨੂੰ ਪੁੱਤਰ ਦਾ ਇੱਕ ਖਿਤਾਬ ਕਹਿ ਲਓ, ਜਾਂ ਉਹ ਕਹਿਲਾਵੇਗਾ। ਯਾਨੀ ਦੁਨੀਆ ਦੀ ਪਹਿਚਾਣ ਹੈ, ਦੁਨੀਆ ਦੀ, ਜਿਹਦਾ ਕਿਹਾ ਯਸ਼ਾਇਆ ਨਬੀ ਨੇ ਕਿਹਾ ਵੀ ਉਹ ਪਰਮੇਸ਼ਰ ਆਪ ਹੀ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ ਕਿ ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗਾ, ਪੁੱਤਰ ਜਨੇਗੀ, ਉਹ ਉਹਦਾ ਨਾਮ ਇਮਾਨੁਅਲ ਰੱਖੇਗੀ, ਉਹ ਉਹਦਾ ਨਾਮ ਇਮਾਨੁਅਲ ਰੱਖੇਗੀ। ਪਰ ਇੱਥੇ ਅਸੀਂ ਪੜ੍ਹਦੇ ਹਾਂ ਉਹ ਜਿਹੜਾ ਪੈਦਾ ਹੋਵੇਗਾ ਉਹ ਪਰਮ ਪ੍ਰਧਾਨ ਦਾ ਪੁੱਤਰ ਕਹਿਲਾਵੇਗਾ। ਸੋ ਆਉਣ ਵਾਲੇ ਸਮੇਂ ਨੂੰ ਹੋਰ ਖੋਲਾਂਗੇ ਵੀ ਪੁੱਤਰ ਹੈ ਨਹੀਂ ਆ ਜਿੱਦਾਂ ਲੋਕ ਪਿਤਾ ਪੁੱਤਰ ਦੇ ਚੱਕਰ 'ਚ ਪੈ ਜਾਂਦੇ ਵੀ ਇਹਨਾਂ ਦੇ ਤਿੰਨ ਪਰਮੇਸ਼ਵਰ ਹੈ, ਇੱਕ ਪਿਤਾ, ਇੱਕ ਪੁੱਤਰ ਹੈ, ਇੱਕ ਪਵਿੱਤਰ ਆਤਮਾ। ਇਦਾਂ ਦੀ ਨਹੀਂ ਕੋਈ ਗੱਲ, ਉਹ ਸਮਝਾਂਗੇ ਫਿਰ ਤਰਤੀਬ ਦੇ ਨਾਲ ਕਿ ਕਿਉਂ ਇਹ ਸ਼ਬਦ ਜਿਹੜਾ ਪ੍ਰਭੂ ਯਿਸੂ ਮਸੀਹ ਦੇ ਲਈ ਇਸਤੇਮਾਲ ਕੀਤਾ ਗਿਆ ਕਿ ਇਕਲੌਤਾ ਪੁੱਤਰ ਜਿਹੜਾ ਉਹਦੀ ਗੋਦ ਵਿੱਚ ਆ, ਉਹਨੇ ਉਹਦੀ ਸੂਰਤ ਨੂੰ ਪ੍ਰਗਟ ਕੀਤਾ। ਕੀ ਇਹਦਾ ਭੇਤ ਆ ਕਿ ਇਕਲੌਤਾ ਪੁੱਤਰ ਗੋਦ ਦੇ ਵਿੱਚ ਆ ਤੇ ਉਹਨੇ ਉਹਦੀ ਸੂਰਤ ਨੂੰ ਪ੍ਰਗਟ ਕੀਤਾ? ਇਹ ਪੁੱਤਰ ਕਹਿਲਾਵੇਗਾ, ਹੈਗਾ ਸਰਵ ਸ਼ਕਤੀਮਾਨ ਹੀ ਹੈ, ਪੂਰੇ ਦਾ ਪੂਰਾ ਮਨੁੱਖ ਹੈ, ਪੂਰਾ ਤੇ ਪੂਰੇ ਦਾ ਪੂਰਾ ਖੁਦਾ ਆ। ਔਰ ਇਹ ਭੇਤ ਨੂੰ ਅਸੀਂ ਸਮਝਾਂਗੇ। ਅੱਜ ਦੇ ਲਈ ਇਹ ਜਿਹੜੀਆਂ ਭਵਿੱਖਬਾਣੀ ਦੇ ਅਸੀਂ ਸਿਸਟਮ ਨੂੰ ਸਮਝਣ ਜਾ ਰਹੇ ਸੀਗੇ, ਉਹਦੇ ਵਿੱਚ ਅੱਜ ਸਮਾਂ ਇਜਾਜ਼ਤ ਨਹੀਂ ਦਿੰਦਾ ਅਸੀਂ ਹੋਰ ਅੱਗੇ ਵਧੀਏ, ਕਿਉਂਕਿ 1 ਘੰਟਾ ਹੋ ਗਿਆ ਕਲਾਸ ਦਾ। ਤੇ ਕੱਲ ਨੂੰ ਖੁਦਾ ਦਾ ਅਗਰ ਫਜਰ ਰਿਹਾ ਤੇ ਪ੍ਰਭੂ ਦੀ ਆਮਦ ਦੇ ਵਿੱਚ ਦੇਰੀ ਹੈ ਤੇ ਖੁਦਾ ਨੇ ਅਗਰ ਵਕਤ ਦਿੱਤਾ ਸਾਨੂੰ ਇਹਨੂੰ ਹੋਰ ਸਿੱਖਣ ਦਾ, ਤੇ ਕੱਲ ਨੂੰ ਫਿਰ ਅਸੀਂ ਹੋਰ ਜ਼ਿਆਦਾ ਇਹਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਲਈ ਦੁਆ 'ਚ ਬਣੇ ਰਹੀਏ। ਖੁਦਾ ਆਪਣੇ ਭੇਤਾਂ ਸਾਡੇ ਤੇ ਖੋਲੇ ਤਾਂ ਕਿ ਅਸੀਂ ਹੋਰ ਜ਼ਿਆਦਾ ਸਿੱਖੀਏ ਔਰ ਆਤਮਿਕ ਉન્નਤੀ ਤਰੱਕੀ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ, ਤਾਂ ਕਿ ਜਦੋਂ ਆਵੇ ਉਹਦੇ ਅੱਗੇ ਨਿਰਦੋਸ਼ ਸਿੱਧਤਾ ਨੂੰ ਪਾ ਕੇ ਅਸੀਂ ਖੜੇ ਹੋ ਸਕੀਏ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਬਰਕਤ ਦੇਵੇ। ਆਪਣੇ ਲਈ ਵੀ ਦੁਆ ਕਰਦੇ ਰਹੋ ਔਰ ਮੇਰੇ ਲਈ ਵੀ ਦੁਆ ਕਰਦੇ ਰਹਿਣਾ। ਸਾਰਿਆਂ ਨੂੰ ਜੈ ਮਸੀਹ ਕੀ। ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਦਇਆ, ਤੁਹਾਡੀ ਮੁਹੱਬਤ ਦੇ ਲਈ। ਅੱਜ ਤੁਸੀਂ ਆਪਣੇ ਵਚਨਾਂ ਦੇ ਦੁਆਰਾ ਸਾਡੇ ਨਾਲ ਗੱਲ ਕੀਤੀ ਔਰ ਮਸੀਹ ਯਿਸੂ ਦੇ ਭੇਤਾਂ ਨੂੰ ਸਾਡੇ ਤੇ ਪ੍ਰਗਟ ਕੀਤਾ, ਉਹਦੇ ਆਉਣ ਨੂੰ ਸਾਡੇ ਤੇ ਪ੍ਰਗਟ ਕੀਤਾ। ਔਰ ਜਿੰਨੀਆਂ ਵੀ ਬਾਕੀ ਗੱਲਾਂ ਜਿਹੜੀਆਂ ਲੋਕ ਅਜੇ ਤੱਕ ਨਹੀਂ ਸਮਝ ਸਕੇ, ਖੁਦਾਵੰਦ ਤੁਸੀਂ ਉਹਨਾਂ ਨੂੰ ਸਮਝਣ ਦੇ ਲਈ ਆਪਣੇ ਆਤਮਾ ਦੀ ਸਾਮਰਥ, ਆਪਣੇ ਆਤਮਾ ਦੀ ਬੁੱਧ ਸ਼ਕਤੀ ਦਿਓ ਔਰ ਤੁਹਾਡੇ ਲੋਕ ਤੁਹਾਡੇ ਵਚਨ ਨੂੰ ਸੁਣਦੇ ਸਮਝਦੇ ਹੋਏ ਅੱਗੇ ਵਧਦੇ ਜਾਣ ਔਰ ਤੁਹਾਡੇ ਲਈ ਤਿਆਰ ਹੋ ਸਕਣ। ਜਿੰਨੇ ਵੀ ਲੋਕਾਂ ਨੇ ਪ੍ਰਾਰਥਨਾ ਕਰਨ ਵਾਸਤੇ ਕਿਹਾ, ਇੱਕ ਇੱਕ ਜ਼ਿੰਦਗੀ ਨੂੰ ਯਾਦ ਕਰਦੇ ਹੋਏ ਪ੍ਰਾਰਥਨਾ ਕਰਦਾ ਖੁਦਾਵੰਦ ਤੁਹਾਡੇ ਤਖਤ ਦੇ ਅੱਗੇ ਲੈ ਕੇ ਉਹਨਾਂ ਹਰ ਜ਼ਿੰਦਗੀ ਤੋਂ ਹਰ ਕਿਸਮ ਦਾ ਰੋਗ, ਦੁੱਖ, ਬਿਮਾਰੀ, ਪਰੇਸ਼ਾਨੀ ਔਰ ਅਗਰ ਕੋਈ ਸ਼ੈਤਾਨ ਦਾ ਜਕੜਾ ਹੈ, ਦੁਸ਼ਟ ਆਤਮਾ ਦਾ ਜਕੜਾ ਹੈ, ਮਸੀਹ ਯਿਸੂ ਦੇ ਨਾਮ ਦੇ ਵਿੱਚ ਪੂਰੀ ਨਜ਼ਾਤ, ਪੂਰਾ ਛੁਟਕਾਰਾ ਪਾਵੇ ਪਿਆਰੇ ਪ੍ਰਭੂ। ਔਰ ਤੁਹਾਡਾ ਅਨੁਗ੍ਰਹਿ ਹਰੇਕ ਜ਼ਿੰਦਗੀ ਤੇ ਬਣਿਆ ਰਹੇ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜਰ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ, ਆਮੀਨ ਆਮੀਨ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼, ਬੜੀ ਬਰਕਤ ਦੇਵੇ। ਸੋ ਦੁਆਵਾਂ 'ਚ ਯਾਦ ਰੱਖਣਾ ਜੀ, ਰੱਬ ਤੁਹਾਡੇ ਨਾਲ ਹੋਵੇ। ਜੈ ਮਸੀਹ ਕੀ।